सत श्री अकाल। ਅੱਜ ਤੁਹਾਡੇ ਸਾਹਮਣੇ ਸੁਚੱਜੀ ਤੇ ਉੱਤਮ ਜੀਵਨ ਜਾਂਚ ਬਾਰੇ ਬਹੁਤ ਹੀ ਸਰਲ ਤੇ ਪ੍ਰੇਰਨਾਦਾਇਕ ਗੱਲਾਂ ਤੁਹਾਡੇ ਨਾਲ ਸਾਂਝਾ ਕਰਾਂਗੀ। ਉੱਤਮ ਜੀਵਨ ਹੀ ਬੇਅੰਤ ਖੁਸ਼ੀ ਤੇ ਖੇੜੇ ਦਾ ਸੋਮਾ ਹੈ। ਇੱਕ ਖੂਬਸੂਰਤ ਦਿਨ ਦੀ ਸ਼ੁਰੂਆਤ ਖੂਬਸੂਰਤ ਤੇ ਚੰਗੇ ਵਿਚਾਰਾਂ ਨਾਲ ਕੀਤੀ ਜਾ ਸਕਦੀ ਹੈ। ਉੱਤਮ ਜੀਵਨ ਲਈ ਚੰਗਾ ਗਿਆਨ ਹੋਣਾ ਜ਼ਰੂਰੀ ਹੈ। ਗਿਆਨ ਸਾਡੇ ਸਭ ਪਾਸੇ ਹੈ, ਪਰ ਇਸ ਨੂੰ ਗ੍ਰਹਿਣ ਕਰਨ ਲਈ ਚੰਗੀ ਸੰਗਤ ਦੀ ਜ਼ਰੂਰਤ ਰਹਿੰਦੀ ਹੈ। ਸਾਡੇ ਪੀਰ ਪੈਗੰਬਰ ਤੇ ਗੁਰੂ ਸਾਹਿਬਾਨ ਨੇ ਗੁਰੂ ਦੇ ਗਿਆਨ ਨੂੰ ਹੀ ਸਤ ਸੰਗਤ ਕਿਹਾ ਹੈ। ਇਹ ਗੁਰੂ ਗਿਆਨ ਹੈ, ਨਾ ਕਿ ਮਨੁੱਖੀ ਸੰਗਤ। ਆਓ ਅਸੀਂ ਪਹਿਲਾਂ ਮਿਲ ਕੇ ਅਰਦਾਸ ਕਰੀਏ ਕਿ ਸਾਡਾ ਸਭ ਦਾ ਜੀਵਨ ਉੱਚਾ ਸੁੱਚਾ ਤੇ ਸੋਹਣਾ ਬਣੇ ਤੇ ਇਹੀ ਸਾਡੀ ਜ਼ਿੰਦਗੀ ਦਾ ਮੁੱਖ ਮਕਸਦ ਹੋਵੇ। ਤੇ ਫਿਰ ਸ਼ੁਭ ਕਰਮ ਹੀ ਜੀਵਨ ਨੂੰ ਉੱਚਾ ਸੁੱਚਾ ਤੇ ਸੋਹਣਾ ਬਣਾਉਂਦੇ ਹਨ। ਸਭ ਤੋਂ ਉੱਤਮ ਕਰਮ ਪਰਮਾਤਮਾ ਉੱਤੇ ਯਕੀਨ ਕਰਨਾ ਤੇ ਉਹਦੇ ਅੱਗੇ ਅਰਦਾਸ ਕਰਨਾ ਹੈ। ਅਸੀਂ ਆਪਣੇ ਸਾਹਮਣੇ ਬੇਸ਼ੁਮਾਰ ਚੀਜ਼ਾਂ ਤੇ ਅਣਗਿਣਤ ਜੀਵ ਜੰਤੂ ਵੇਖਦੇ ਹਾਂ। ਇਹਨਾਂ ਨੂੰ ਬਣਾਉਣ ਵਾਲਾ ਜ਼ਰੂਰ ਕੋਈ ਹੈ। ਜਿਸ ਨੇ ਇਹਨਾਂ ਸਾਰਿਆਂ ਨੂੰ ਬਣਾਇਆ ਹੈ, ਉਸੇ ਨੇ ਹੀ ਸਾਨੂੰ ਵੀ ਬਣਾਇਆ ਹੈ। ਤੁਸੀਂ ਜਾਣਦੇ ਹੋ, ਕਿਸੇ ਚੀਜ਼ ਨੂੰ ਬਣਾਉਣ ਵਾਲਾ ਉਹਨੂੰ ਕਦੇ ਨਹੀਂ ਬਣਾ ਸਕਦਾ ਜੇ ਉਹਦੇ ਦਿਲ ਵਿੱਚ ਉਸ ਚੀਜ਼ ਲਈ ਪਿਆਰ ਨਾ ਹੋਵੇ। ਇਸੇ ਤਰ੍ਹਾਂ ਪਰਮਾਤਮਾ ਜਿਸ ਨੇ ਸਾਨੂੰ ਬਣਾਇਆ ਹੈ, ਸਾਡੇ ਨਾਲ ਬੜਾ ਪਿਆਰ ਕਰਦਾ ਹੈ। ਉਹ ਸਾਡੇ ਨਾਲ ਠੀਕ ਉਸੇ ਤਰ੍ਹਾਂ ਹੀ ਪਿਆਰ ਕਰਦਾ ਹੈ ਜਿਵੇਂ ਸਾਡੇ ਮਾਤਾ ਪਿਤਾ ਸਾਡੇ ਨਾਲ ਪਿਆਰ ਕਰਦੇ ਹਨ। ਤਾਈਆਂ ਤਾਂ ਉਹਨੇ ਸਾਨੂੰ ਬੜੀਆਂ ਸੋਹਣੀਆਂ ਸੋਹਣੀਆਂ ਦਾਤਾਂ ਦਿੱਤੀਆਂ ਹਨ। ਉਹਦੀਆਂ ਦਿੱਤੀਆਂ ਹੋਈਆਂ ਦਾਤਾਂ ਨੂੰ ਅਸੀਂ ਗਿਣ ਨਹੀਂ ਸਕਦੇ। ਉਹਦੀ ਵੱਡੀ ਦਾਤ ਰੌਸ਼ਨੀ ਹੈ, ਹਵਾ ਹੈ, ਅੱਗ ਹੈ, ਪਾਣੀ ਹੈ। ਉਹਨੇ ਸਾਨੂੰ ਸਾਰਿਆਂ ਤਾਰਿਆਂ ਨਾਲ ਝਿਲਮਿਲ ਕਰਦੇ ਨੀਲੇ ਆਕਾਸ਼ ਦਾ ਛਤਰ ਤੇ ਲਹਿ ਲਹਿ ਕਰਦੀ ਰੰਗੀਨ ਧਰਤੀ ਰਹਿਣ ਨੂੰ ਦਿੱਤੀ ਹੈ। ਸਾਨੂੰ ਖੁਸ਼ ਕਰਨ ਲਈ ਉਹਨੇ ਸ਼ਹਿਦ ਵਰਗੀਆਂ ਅਨੇਕਾਂ ਮਿੱਠੀਆਂ ਮਿੱਠੀਆਂ ਸੁਗਾਤਾਂ ਦਿੱਤੀਆਂ ਹਨ ਤੇ ਖਾਣ ਨੂੰ ਕਈ ਕਿਸਮਾਂ ਦੇ ਫਲ ਦਿੱਤੇ ਹਨ। ਸਾਡੇ ਮਨ ਨੂੰ ਮੋਹਣ ਲਈ ਸੋਹਣੇ ਸੋਹਣੇ ਰੰਗਾਂ ਵਾਲੇ ਫੁੱਲ ਬਣਾਏ ਹਨ। ਅਸੀਂ ਉਸ ਦੀਆਂ ਅਣਗਿਣਤ ਦਾਤਾਂ ਨੂੰ ਹਰ ਰੋਜ਼ ਵੇਖਦੇ ਹਾਂ, ਵਰਤਦੇ ਹਾਂ ਤੇ ਉਸ ਦਾ ਆਨੰਦ ਮਾਣਦੇ ਹਾਂ। ਪਰ ਅਸੀਂ ਇਹ ਕਦੀ ਨਹੀਂ ਵਿਚਾਰਦੇ ਕਿ ਇਤਨੇ ਕੀਮਤੀ ਪਦਾਰਥ ਉਹ ਸਾਨੂੰ ਅਣਮੰਗਿਆ ਹੀ ਦੇ ਦਿੰਦਾ ਹੈ। ਫਿਰ ਵੀ ਜੇ ਉਹਦੀਆਂ ਬਣਾਈਆਂ ਹੋਈਆਂ ਚੀਜ਼ਾਂ, ਜਿਨ੍ਹਾਂ ਵਿੱਚੋਂ ਕੋਈ ਖਾਸ ਚੀਜ਼ ਸਾਨੂੰ ਬਹੁਤ ਚੰਗੀ ਲੱਗੇ, ਤਾਂ ਉਹ ਅਸੀਂ ਉਸ ਕੋਲੋਂ ਮੰਗ ਸਕਦੇ ਹਾਂ। ਪਰ ਇਹ ਉਸ ਪਾਸੋਂ ਸਾਨੂੰ ਠੀਕ ਉਸੇ ਤਰ੍ਹਾਂ ਹੀ ਮੰਗਣੀ ਚਾਹੀਦੀ ਹੈ ਜਿਸ ਤਰ੍ਹਾਂ ਅਸੀਂ ਆਪਣੇ ਮਾਤਾ ਪਿਤਾ ਪਾਸੋਂ ਕੋਈ ਚੀਜ਼ ਮੰਗਦੇ ਹਾਂ। ਕਈ ਵਾਰ ਸਾਡੇ ਮਾਤਾ ਪਿਤਾ ਸਾਨੂੰ ਮੰਗੀ ਗਈ ਚੀਜ਼ ਦੇਣ ਤੋਂ ਨਾ ਕਰ ਦਿੰਦੇ ਹਨ, ਕਿਉਂਕਿ ਉਹ ਜਾਣਦੇ ਹਨ ਕਿ ਉਹ ਚੀਜ਼ ਸਾਡੇ ਲਈ ਠੀਕ ਨਹੀਂ। ਇਸੇ ਤਰ੍ਹਾਂ ਪਰਮਾਤਮਾ ਸਾਡੀ ਅਰਦਾਸ ਨੂੰ ਉਸੇ ਪਿਆਰ ਨਾਲ ਸੁਣਦਾ ਹੈ ਤੇ ਮੰਨਦਾ ਹੈ ਜਿਸ ਨਾਲ ਸਾਡੇ ਮਾਤਾ ਪਿਤਾ। ਜੇ ਸਾਨੂੰ ਉਹ ਚੀਜ਼ ਕਈ ਵਾਰ ਨਹੀਂ ਮਿਲਦੀ ਤਾਂ ਇਸ ਦਾ ਅਰਥ ਇਹ ਨਹੀਂ ਕਿ ਉਸਨੇ ਸਾਡੀ ਅਰਦਾਸ ਨਹੀਂ ਸੁਣੀ। ਉਹਨੇ ਜ਼ਰੂਰ ਸੁਣੀ ਹੈ ਤੇ ਜਦੋਂ ਉਹ ਠੀਕ ਸਮਝੇਗਾ ਸਾਡੀ ਮੰਗ ਪੂਰੀ ਕਰ ਦੇਵੇਗਾ। ਇਸ ਲਈ ਸਾਨੂੰ ਆਪਣੀ ਅਰਦਾਸ ਵਿੱਚ ਪੂਰਾ ਯਕੀਨ ਰੱਖਣਾ ਚਾਹੀਦਾ ਹੈ ਅਤੇ ਸਾਡਾ ਇੱਕ ਵੱਡਾ ਫਰਜ਼ ਬਣ ਜਾਂਦਾ ਹੈ ਕਿ ਅਸੀਂ ਸਦਾ ਉਹਦਾ ਦਿਲੋਂ ਧੰਨਵਾਦ ਕਰਦੇ ਰਹੀਏ, ਉਹਦੀਆਂ ਦਿੱਤੀਆਂ ਹੋਈਆਂ ਦਾਤਾਂ ਦੀ ਠੀਕ ਵਰਤੋਂ ਕਰੀਏ। ਇਹ ਗੱਲ ਸਦਾ ਯਾਦ ਰੱਖੀਏ ਕਿ ਉਹ ਸਾਨੂੰ ਪਿਆਰ ਕਰਦਾ ਹੈ, ਇਸ ਲਈ ਉਹ ਹਰ ਤਰ੍ਹਾਂ ਸਾਡੀ ਮਦਦ ਕਰਦਾ ਹੈ। ਆਓ ਅਸੀਂ ਕਹਾਣੀ ਪੜ੍ਹਦੇ ਹਾਂ। ਉੱਤਮ ਜੀਵਨ, ਸ਼ੁਭ ਇਛਾਵਾਂ ਸਹਿਤ। ਧੰਨਵਾਦ, ਹਰਜੀਤ ਪੰਮਰਾ। ਆਓ ਅਸੀਂ ਇੱਕ ਕਹਾਣੀ ਤੋਂ ਗੱਲ ਸ਼ੁਰੂ ਕਰਦੇ ਹਾਂ। ਇੱਕ ਲੜਕਾ ਸੀ। ਉਹ ਹਨੇਰੇ ਤੋਂ ਬੜਾ ਡਰਦਾ ਹੁੰਦਾ ਸੀ। ਜਦ ਕਦੀ ਉਸਨੂੰ ਹਨੇਰੇ ਵਿੱਚ ਕਿਸੇ ਕੰਮ ਲਈ ਭੇਜਿਆ ਜਾਂਦਾ, ਉਹਨੂੰ ਰਾਹ ਵਿੱਚ ਭੂਤ ਚੁੜੇਲਾਂ ਤੇ ਹੋਰ ਕਈ ਕਿਸਮ ਦੇ ਹਊਏ ਦਿਸਦੇ ਤੇ ਉਹਦੇ ਡਰ ਨਾਲ ਸਾਹ ਸੁੱਕ ਜਾਂਦਾ। ਇੱਕ ਦਿਨ ਉਹਦੇ ਪਿਤਾ ਨੇ ਕਿਹਾ ਕਿ ਜਦੋਂ ਤੈਨੂੰ ਡਰ ਲੱਗੇ ਤੂੰ ਪਰਮਾਤਮਾ ਪਾਸ ਮਦਦ ਲਈ ਪ੍ਰਾਰਥਨਾ ਕਰਿਆ ਕਰ। ਉਸ ਲੜਕੇ ਨੇ ਇਸੇ ਤਰ੍ਹਾਂ ਕੀਤਾ। ਪ੍ਰਾਰਥਨਾ ਕਰਕੇ ਜਦ ਉਹ ਹਨੇਰੇ ਵਿੱਚ ਗਿਆ ਤਾਂ ਉਹਨੂੰ ਇਉਂ ਲੱਗਾ ਕਿ ਉਹਦੇ ਮਾਤਾ ਪਿਤਾ ਤੇ ਭੈਣ ਭਰਾ ਸਭ ਉਹਦੇ ਨਾਲ ਹੀ ਹਨ। ਸੋ ਇਸ ਵਾਰ ਉਹ ਬਿਲਕੁਲ ਨਾ ਡਰਿਆ। ਇਸ ਤਰ੍ਹਾਂ ਹੌਲੀ ਹੌਲੀ ਉਹਦਾ ਡਰ ਦੂਰ ਹੋ ਗਿਆ ਤੇ ਉਹ ਬੜਾ ਬਹਾਦਰ ਬਣ ਗਿਆ। ਸੋਚਣਾ, ਅਸੀਂ ਹਰ ਵੇਲੇ ਕੁਝ ਨਾ ਕੁਝ ਸੋਚਦੇ ਰਹਿੰਦੇ ਹਾਂ। ਜੋ ਕੁਝ ਵੀ ਅਸੀਂ ਸੋਚਦੇ ਹਾਂ ਉਸੇ ਮੁਤਾਬਿਕ ਅਸੀਂ ਕੰਮ ਕਰਨ ਲੱਗ ਜਾਂਦੇ ਹਾਂ। ਜਾਂ ਇੰਝ ਕਹਿ ਲਈਏ ਕਿ ਜਿੱਦਾਂ ਦੇ ਸਾਡੇ ਖਿਆਲ ਹੁੰਦੇ ਹਨ ਉੱਦਾਂ ਦੇ ਹੀ ਅਸੀਂ ਬਣ ਜਾਂਦੇ ਹਾਂ। ਇਸ ਲਈ ਸਾਡੇ ਖਿਆਲ ਸਾਡੀ ਜ਼ਿੰਦਗੀ ਨੂੰ ਬਣਾਉਣ ਵਿੱਚ ਬੜਾ ਹਿੱਸਾ ਰੱਖਦੇ ਹਨ। ਜੇ ਅਸੀਂ ਆਪਣੇ ਮਨ ਨੂੰ ਚੰਗੀਆਂ ਗੱਲਾਂ ਸੋਚਣ ਵਿੱਚ ਲਾਵਾਂਗੇ ਤਾਂ ਸਾਡੀ ਸ਼ਕਲ ਸੂਰਤ ਸੁੰਦਰ ਬਣਦੀ ਜਾਏਗੀ। ਜੇ ਸਾਡੇ ਖਿਆਲ ਚੰਗੇ ਨਹੀਂ ਹੋਣਗੇ ਤਾਂ ਸਾਡੀ ਸ਼ਕਲ ਸੂਰਤ ਵੀ ਕਰੂਪ ਹੁੰਦੀ ਜਾਏਗੀ। ਆਪਣੇ ਜੀਵਨ ਨੂੰ ਉੱਚਾ ਤੇ ਸੋਹਣਾ ਬਣਾਉਣਾ ਸਾਡਾ ਸਾਰਿਆਂ ਦਾ ਫਰਜ਼ ਹੈ। ਇਸ ਫਰਜ਼ ਨੂੰ ਪੂਰਾ ਕਰਨ ਲਈ ਇਹ ਜ਼ਰੂਰੀ ਹੈ ਕਿ ਸਾਡੇ ਖਿਆਲ ਵੀ ਉੱਚੇ ਤੇ ਸੋਹਣੇ ਹੋਣ। ਸਾਨੂੰ ਹਮੇਸ਼ਾ ਚੜ੍ਹਦੀਆਂ ਕਲਾ ਵਿੱਚ ਸੋਚਣਾ ਚਾਹੀਦਾ ਹੈ। ਸਾਨੂੰ ਹਮੇਸ਼ਾ ਹੀ ਇਹ ਸੋਚਣਾ ਚਾਹੀਦਾ ਹੈ ਕਿ ਕੋਈ ਐਸਾ ਕੰਮ ਨਹੀਂ ਜਿਹੜਾ ਅਸੀਂ ਨਹੀਂ ਕਰ ਸਕਦੇ। ਇਸ ਤਰ੍ਹਾਂ ਮਨ ਮਜ਼ਬੂਤ ਹੁੰਦਾ ਹੈ ਤੇ ਆਪਣੇ ਆਪ ਉੱਤੇ ਵਿਸ਼ਵਾਸ ਵੱਧਦਾ ਹੈ। ਘਿਰਨਾ ਤੇ ਗੁੱਸੇ ਵਾਲੇ ਖਿਆਲ ਆਪਣੇ ਨੇੜੇ ਨਹੀਂ ਆਉਣ ਦੇਣੇ ਚਾਹੀਦੇ,
क्योंकि घिरना ते गुस्सा जीवन विच परेशानी लिआउंदे हन। इन्हां तों भी सफलता दा वड्डा वैरी डर है। साडे ख्याल ही सानूं डराउंदे रहिंदे हन। साडा मन कई बार डर दे ऐसे भूतने खड़े कर लैंदा है कि असीं बैठे बैठे ही कंबण लग जांदे हां, गल विचों कुਝ भी नहीं हुंदी। सो इस तरह करना ठीक नहीं। सानूं कदे भी ते किसी कारण भी डरना नहीं चाहिए। इहो ਜਿਹੇ डर नूं सोच विचार तो दूर कर देना चाहिए है। ना तो आने वाले समय तो डरना चाहिए है ते ना ही बीत गए समय उपर झूरना चाहिए है, क्योंकि बीत गया समा तो मुड़ के आना नहीं, उस बारे सोचना बिल्कुल बेअर्थ है। आने वाले समय विच की होना है सानूं की पता, फिर असीं क्यों खाम खा अपने आप नूं व्यर्थ कष्ट दईए। जे किसी डर वाली गल का टाकरा करना भी पे तो टाकरा डट के करन विच ही सफलता मिलती है। फिर अपने ख्यालों नूं वस विच रखना औखा काम है। मन बड़ा चंचल है, पल विच दूर दूर फिर आउंदा है। इस नूं काबू रखन अते जितण लई बड़े अभ्यास की लोड़ है ते मन की जित ही सब तो वड्डी जित है। गुरु नानक देव जी ने जपजी साहिब विच दस्सिया है, मन जीते जग जीत। अपने मन नूं काबू रखण लई ऋषि मुनि ते गुरु बड़ा तप करते रहे हैं। मन नूं वस करन लई बार बार यतन करना जरूरी है। अपने ख्यालों नूं चंगियां चंगियां गल्लां बारे सोचण नाल ही असीं मन नूं वस कर सकते हैं। सोचण शक्ति ही मनुख नूं बाकी जीवां कोलों अलग करदी है। इसे शक्ति नाल ही मनुख हर औकड़ नूं हल कर लैंदा है ते दुनिया नूं तरक्की वल ले जा रहा है। आओ कहानी सुनते हैं। एक अमीर आदमी दे दो लड़के सन। उन्हें निश्चय किया होया सी कि अपना सारा धन उसे लड़के नूं देवेगा जिहड़ा दोहां तो ज़्यादा अकलमंद होवेगा। सो उन्हें इस गल का निर्णय करने लई दोहां नूं 2-2 रुपए दिते ते कहा कि बाजार जाके इन्हां रुपयां की कोई ऐसी चीज़ ले आउण जिस नाल सारा घर भर जाए। वड्डा लड़का सीधा बाजार गया ते लभन लगा कि किहड़ी ऐसी चीज़ हो सकती है जिस नाल घर भर जाए। वो सारा दिन टक्करां मारदा रहा पर उन्होंने ऐसी कोई भी चीज़ ना लभी। आखिर उन्हें तूड़ी नाल भरिया एक गड्ढा वेख्या। फौरन सौदा करके वो तूड़ी वाले गड्ढे नूं घर ले आया, पर तूड़ी नाल एक कमरा भी चंगी तरह ना भर सकिया। छोटा लड़का सियाणा सी, वो एक थां बैठ के इस बारे काफ़ी चिर तक सोचता रहा। फिर उठ्या ते बाजार जाके 2 रुपए दीयां मोमबत्तियां खरीद लिआया। उन्हें एक एक मोमबत्ती सारे कमरिਆਂ ਵਿੱਚ जगा दिती ते रोशनी नाल सारा घर भर गया। ਇਹ कहानी दसदी है कि सोच हर कठिन तो कठिन मसले नूं भी हल कर दिंदी है। कम समा एक बड़ी ही कीमती चीज़ है, इसनूं कभी भी ज़ाया नहीं करना चाहिए, क्योंकि जे ये एक बार लंघ जाए तो फिर मुड़ हथ नहीं आता। इस तो पूरा पूरा लाभ उठाना चाहिए है। समय की सब तो उत्तम वरतों इसनूं काम विच लाउणा है। परमात्मा ने मनुख नूं दिमाग अते हथ पैर इसलिए दिते हैं कि वो काम करे। काम करन नाल ही जीवन सफल हुंदा है ते खुशी मिलती है। काम विच लगे रहन नाल बुरी संगत तो बचे रहीदा है। काम नाल ही शोभा मिलती है। यह जरूरी नहीं कि किसी एक खास काम नूं ही किया जाए। हर एक काम का अपना अपना उच्चा थां है जो काम दूजिਆਂ ਦੇ भले ਲਈ ਕੀਤਾ ਜਾਵੇ। साइंसदान रेडियो, हवाई जहाज़, रेल गड्डियां आदि बनाते हैं। किसान खेतों में हल वाह के अनाज उगाता है। कलाकार अपनी कला के बड़े सुंदर नमूने पेश करता है। काम करन दी सानू जरूर आदत बना लेनी चाहिए है। जिस काम नूं भी करिए उसनूं पूरा दिल ला के करन विच ही सफलता मिलती है। हर एक काम नूं बड़ी सोहनी तरह बना सवार के करना चाहिए है। उस विच इस तरह जुट जाना चाहिए है कि होर सब कुछ भुल जाए। किसी काम नूं अधूरा नहीं छड्डना चाहिए, क्योंकि इस तरह करन नाल काम लई उत्साह नहीं रहिंदा। कोई काम भी औखा नहीं हुंदा, सिर्फ उसनूं पूरा करन लई पक्के इरादे की लोड़ हुंदी है। पूरा पूरा वाह लाया वड्डी तो वड्डी मुश्किल झट दूर हो जाती है। मुश्किलों उत्ते जित हासिल करन नाल अपने उपर भरोसा वधदा है ते अपने उपर भरोसा होना ही सफलता का वड्डा राज है। भरोसे वाला मनुख ही अपने काम विच कमाल हासिल कर सकता है। जे कोई काम गलत हो जाए तो घबराना नहीं चाहिए। उस गलती ते घबराउण विच समा गवा के अपना दूरा नुकसान हुंदा है। सगों गलती नूं दूर करके उस काम नूं पूरा करन विच ही काम सिरे चढ़ सकता है। हिम्मत करन वाले दी परमात्मा जरूर मदद करता है। एक बार की गल है कि एक बुढ़े किसान दे 3 पुत्तर सन। वो काम तो बड़ा जी चुरांदे सन। बुढ़े किसान ने महसूस किया कि जे वो इसे तरह करते रहे तो वह रुल जाणगे। सोचद्या सोचद्या उन्होंने एक तजवीज़ सुझी। उन्हें अपने पुत्रां नूं कहा, मैं तुहाडे लई अपने खेत विच बड़ा धन दबिया होया है, जाओ जाके पुट लो। वो सीधे खेत वल गए। सारा खेत पुट पुट के हेठ दा उतां कर दिता, पर उन्हां नूं उत्थे कुछ भी ना लभा। आखिर उन्होंने उस पुट्टी हुई जमीन विच
ਕਣਕ ਬੀਜ ਦਿੱਤੀ, ਸਮੇਂ ਸਿਰ ਉਸ ਵਿੱਚ ਇਤਨੀ ਫਸਲ ਹੋਈ ਕਿ ਉਹਨੂੰ ਵੇਚ ਕੇ ਉਹਨਾਂ ਬੜਾ ਪੈਸਾ ਵੱਟਿਆ। ਹੁਣ ਉਹਨਾਂ ਨੂੰ ਸਮਝ ਆ ਗਈ ਕਿ ਉਹਨਾਂ ਦੇ ਪਿਤਾ ਨੇ ਠੀਕ ਆਖਿਆ ਸੀ, ਮਿਹਨਤ ਹੀ ਅਸਲੀ ਧਨ ਹੁੰਦਾ ਹੈ, ਜਿਸ ਨੂੰ ਨਾ ਕੋਈ ਲੁੱਟ ਸਕਦਾ ਹੈ ਨਾ ਖੋ ਸਕਦਾ ਹੈ। ਵੇਲ। ਅਸੀਂ ਇਹ ਪੜ੍ਹ ਆਏ ਹਾਂ ਕਿ ਸਮੇਂ ਵਰਗੀ ਕੀਮਤੀ ਵਸਤੂ ਹੋਰ ਕੋਈ ਨਹੀਂ, ਇਸ ਲਈ ਇਹਨੂੰ ਹਰਗਿਜ਼ ਨਹੀਂ ਗਵਾਉਣਾ ਚਾਹੀਦਾ। ਇਸ ਦੀ ਉੱਤਮ ਵਰਤੋਂ ਇਸ ਨੂੰ ਸ਼ੁਭ ਕੰਮ ਵਿੱਚ ਲਾਉਣਾ ਹੈ। ਪਰ ਅਸੀਂ ਸਦਾ ਇੱਕੋ ਕੰਮ ਵਿੱਚ ਲੱਗੇ ਰਹਿਣ ਕਰਕੇ ਕਈ ਵਾਰ ਉਸ ਤੋਂ ਅੱਕ ਜਾਂਦੇ ਹਾਂ। ਫਿਰ ਸਾਡਾ ਜੀ ਕੁਝ ਵੀ ਕਰਨ ਨੂੰ ਨਹੀਂ ਕਰਦਾ। ਉਸ ਵੇਲੇ ਸਾਡੇ ਲਈ ਵੇਲ ਉਤਨੀ ਹੀ ਜ਼ਰੂਰੀ ਅਤੇ ਲਾਭਦਾਇਕ ਹੈ ਜਿਤਨਾ ਕਿ ਕੰਮ। ਇਸ ਤਰ੍ਹਾਂ ਵੇਲ ਦਾ ਸਮਾਂ ਜ਼ਾਇਆ ਨਹੀਂ ਜਾਂਦਾ। ਮਿਹਨਤ ਨਾਲ ਕੰਮ ਕਰਨ ਤੋਂ ਬਾਅਦ ਆਰਾਮ ਕਰ ਲੈਣ ਨਾਲ ਉਸ ਕੰਮ ਨੂੰ ਹੋਰ ਵੀ ਚੰਗਾ ਅਤੇ ਸੁਚੱਜਾ ਕਰਨ ਵਿੱਚ ਉਤਸ਼ਾਹ ਮਿਲਦਾ ਹੈ। ਇਹੀ ਕਾਰਨ ਹੈ ਕਿ ਦਫ਼ਤਰਾਂ ਅਤੇ ਸਕੂਲਾਂ ਵਿੱਚ ਐਤਵਾਰ ਨੂੰ ਛੁੱਟੀ ਹੁੰਦੀ ਹੈ। ਇਸ ਵੇਲ ਦੇ ਸਮੇਂ ਨੂੰ ਅਸੀਂ ਬੜੀ ਸੋਹਣੀ ਤਰ੍ਹਾਂ ਵਰਤ ਸਕਦੇ ਹਾਂ। ਜੇ ਸਾਡਾ ਰੋਜ਼ ਦਾ ਕੰਮ ਬਹੁਤ ਸਰੀਰਕ ਮੁਸ਼ੱਕਤ ਵਾਲਾ ਹੈ ਤਾਂ ਅਸੀਂ ਵੇਲ ਨੂੰ ਦਿਮਾਗੀ ਕੰਮ ਵਿੱਚ ਲਾ ਸਕਦੇ ਹਾਂ, ਜਿੱਦਾਂ ਥੋੜ੍ਹਾ ਬਹੁਤਾ ਪੜ੍ਹ ਲਿਖ ਕੇ ਜਾਂ ਸੰਗੀਤ ਸਿੱਖ ਕੇ। ਜੇ ਅਸੀਂ ਆਪਣਾ ਬਹੁਤਾ ਸਮਾਂ ਦਿਮਾਗੀ ਕੰਮਾਂ ਵਿੱਚ ਖਰਚ ਕਰਦੇ ਹਾਂ ਤਾਂ ਅਸੀਂ ਆਪਣੀ ਵੇਲ ਨੂੰ ਕਿਸੇ ਸਰੀਰਕ ਕੰਮ ਵਿੱਚ ਲਾ ਸਕਦੇ ਹਾਂ, ਤਾਂ ਜੋ ਦਿਮਾਗ ਨੂੰ ਕੁਝ ਆਰਾਮ ਮਿਲ ਸਕੇ, ਜਿੱਦਾਂ ਸੈਰ ਕਰਨੀ, ਲੱਕੜਾਂ ਚੀਰਨੀਆਂ, ਆਪਣੇ ਬਾਗ ਵਿੱਚ ਫੁੱਲਾਂ ਦੀ ਗੋਡੀ ਕਰਨੀ ਆਦਿ। ਇਸ ਤਰ੍ਹਾਂ ਵੇਲ ਨੂੰ ਵਰਤਣ ਦੇ ਸਾਨੂੰ 3 ਲਾਭ ਹੁੰਦੇ ਹਨ। ਇੱਕ ਤਾਂ ਸਾਨੂੰ ਕੰਮ ਵਿੱਚ ਤਬਦੀਲੀ ਦੇ ਕਾਰਨ ਆਰਾਮ ਮਿਲ ਜਾਂਦਾ ਹੈ, ਦੂਜਾ ਸਮਾਂ ਜ਼ਾਇਆ ਨਹੀਂ ਜਾਂਦਾ ਅਤੇ ਅਸੀਂ ਕੁਝ ਨਾ ਕੁਝ ਹਾਸਲ ਕਰ ਲੈਂਦੇ ਹਾਂ, ਤੀਜੇ ਸਾਡੇ ਧਿਆਨ ਕਿਸੇ ਨਾ ਕਿਸੇ ਕੰਮ ਵਿੱਚ ਲੱਗਾ ਰਹਿੰਦਾ ਹੈ ਅਤੇ ਖਿਆਲਾਂ ਨੂੰ ਵਸ ਵਿੱਚ ਰੱਖਣ ਦਾ ਅਭਿਆਸ ਹੁੰਦਾ ਹੈ। ਪਰ ਕਿਸੇ ਵੇਲੇ ਬਿਲਕੁਲ ਕੁਝ ਵੀ ਨਾ ਕਰਨਾ ਸਰੀਰਕ ਅਤੇ ਮਾਨਸਿਕ ਉੱਨਤੀ ਵਿੱਚ ਵਾਧਾ ਕਰਦਾ ਹੈ, ਕਿਉਂਕਿ ਇਸ ਤਰ੍ਹਾਂ ਸਾਨੂੰ ਸਾਫ਼-ਸਾਫ਼ ਅਤੇ ਠੀਕ-ਠੀਕ ਸੋਚਣ ਦਾ ਮੌਕਾ ਮਿਲ ਜਾਂਦਾ ਹੈ। ਪਰ ਨਿਕੰਮੇ ਪਏ ਫਿਰਨਾ ਜਾਂ ਐਵੇਂ ਬਹਿ ਰਹਿਣਾ ਇਸ ਵੇਲ ਨੂੰ ਵਰਤਣ ਦਾ ਸਭ ਤੋਂ ਮਾੜਾ ਤਰੀਕਾ ਹੈ। ਨਕਾਰੇ ਬੈਠੇ ਉਬਾਸੀਆਂ ਲੈਂਦੇ ਰਹਿਣਾ ਅਤੇ ਇੱਧਰ ਉੱਧਰ ਗਵਾਰਾਂ ਵਾਂਗ ਫਿਰਦੇ ਰਹਿਣਾ ਸਾਡੇ ਲਈ ਬੜਾ ਹੀ ਹਾਨੀਕਾਰਕ ਹੈ। ਕਹਿੰਦੇ ਹਨ, ਵਿਹਲੇ ਦਿਮਾਗ ਵਿੱਚ ਸ਼ੈਤਾਨ ਆ ਵਸਦਾ ਹੈ ਅਤੇ ਉਹ ਸਾਨੂੰ ਬੁਰੀਆਂ ਗੱਲਾਂ ਕਰਨ 'ਤੇ ਉਕਸਾਉਂਦਾ ਹੈ। ਤੁਸੀਂ ਜਾਣਦੇ ਹੋ ਕਿ ਸਾਡੇ ਖਿਆਲ ਹੀ ਸਾਡਾ ਜੀਵਨ ਹਨ, ਇਸ ਲਈ ਨਿਕੰਮਾ ਮਨੁੱਖ ਆਪਣੇ ਜੀਵਨ ਵਿੱਚ ਕੁਝ ਵੀ ਪ੍ਰਾਪਤ ਨਹੀਂ ਕਰ ਸਕਦਾ। ਉਹ ਉਲਟਾ ਸਗੋਂ ਬੁਰੀ ਸੰਗਤ ਵਿੱਚ ਫਸ ਜਾਂਦਾ ਹੈ ਅਤੇ ਆਪਣਾ ਜੀਵਨ ਬਰਬਾਦ ਕਰ ਲੈਂਦਾ ਹੈ। ਉਹ ਕਦੇ ਵੀ ਠੀਕ ਸੋਚ ਨਹੀਂ ਸਕਦਾ, ਇਸ ਲਈ ਉਹ ਕੋਈ ਕੰਮ ਵੀ ਠੀਕ ਤਰ੍ਹਾਂ ਨਹੀਂ ਕਰ ਸਕਦਾ। ਇਸ ਲਈ ਸਾਨੂੰ ਆਪਣਾ ਧਿਆਨ ਜ਼ਰੂਰ ਕਿਸੇ ਨਾ ਕਿਸੇ ਚੰਗੇ ਕੰਮ ਵਿੱਚ ਲਾਈ ਰੱਖਣਾ ਚਾਹੀਦਾ ਹੈ। ਅਸੀਂ ਆਪਣੀ ਵੇਲ ਕਈ ਵਧੀਆ ਢੰਗਾਂ ਨਾਲ ਗੁਜ਼ਾਰ ਸਕਦੇ ਹਾਂ। ਸਾਡੇ ਸਾਹਮਣੇ ਅਜਿਹੇ ਕਈ ਮਨ ਪਰਚਾਵੇ ਹਨ ਜਿਨ੍ਹਾਂ ਵਿੱਚ ਵੇਲ ਨੂੰ ਲਾਉਣ ਨਾਲ ਅਸੀਂ ਨਵੀਆਂ ਗੱਲਾਂ ਸਿੱਖ ਜਾਂਦੇ ਹਾਂ। ਖੁੱਲ੍ਹੀ ਹਵਾ ਵਿੱਚ ਸੈਰ ਕਰਨੀ ਅਤੇ ਕੁਦਰਤ ਦੇ ਸੁੰਦਰ ਦ੍ਰਿਸ਼ ਵੇਖਣੇ, ਚਿੱਤਰ ਬਣਾਉਣੇ, ਸੰਗੀਤ ਕਲਾ ਸਿੱਖਣੀ, ਡਾਕ ਦੀਆਂ ਟਿਕਟਾਂ ਇਕੱਠੀਆਂ ਕਰਨੀਆਂ, ਘਰ ਦੀ ਸਫਾਈ ਕਰਨੀ ਅਤੇ ਆਪਣੇ ਘਰ ਦੀਆਂ ਚੀਜ਼ਾਂ ਨੂੰ ਸਜਾ ਕੇ ਰੱਖਣਾ, ਆਪਣੀਆਂ ਕਿਤਾਬਾਂ ਉੱਤੇ ਜਿਲਦਾਂ ਚੜਾਉਣੀਆਂ, ਕਿਤਾਬਾਂ ਪੜ੍ਹਨੀਆਂ ਅਤੇ ਆਪਣੀ ਲਾਇਬ੍ਰੇਰੀ ਬਣਾਉਣੀ ਅਤੇ ਲਾਭਦਾਇਕ ਮਨ ਪਰਚਾਵੇ ਹਨ। ਵੇਲ ਦੀ ਸੁਚੱਜੀ ਵਰਤੋਂ ਕਰਕੇ ਅਸੀਂ ਆਪਣੇ ਜੀਵਨ ਨੂੰ ਸੋਹਣਾ ਅਤੇ ਰੰਗੀਨ ਬਣਾ ਸਕਦੇ ਹਾਂ ਅਤੇ ਆਪਣਾ ਮਨ ਖੁਸ਼ ਰੱਖ ਸਕਦੇ ਹਾਂ। ਕੋਈ 600 ਸਾਲ ਹੋਏ ਇਟਲੀ ਦੇ ਇੱਕ ਪਿੰਡ ਵਿੱਚ ਗਿਓਟੋ ਨਾਮੀ ਇੱਕ ਲੜਕਾ ਰਹਿੰਦਾ ਸੀ। ਉਹ ਆਸ-ਪਾਸ ਦੀਆਂ ਹਰੀਆਂ ਘਾਟੀਆਂ ਵਿੱਚ ਆਪਣੀਆਂ ਭੇਡਾਂ ਬੱਕਰੀਆਂ ਚਰਾਉਣ ਜਾਂਦਾ ਹੁੰਦਾ ਸੀ। ਜਦੋਂ ਭੇਡਾਂ ਘਾਹ ਚਰਨ ਲੱਗ ਪੈਂਦੀਆਂ ਤਾਂ ਸਾਰਾ ਦਿਨ ਉਹਨੂੰ ਇਸ ਤੋਂ ਸਿਵਾਏ ਕਿ ਉਹ ਪੰਛੀਆਂ ਅਤੇ ਬੱਦਲਾਂ ਨੂੰ ਨੀਲੇ ਆਕਾਸ਼ ਵਿੱਚ ਉੱਡਦੇ ਵੇਖਦਾ ਰਹੇ, ਹੋਰ ਕੋਈ ਕੰਮ ਨਾ ਹੁੰਦਾ। ਸੋ ਆਪਣੇ ਆਪ ਨੂੰ ਰੁੱਝਿਆ ਰੱਖਣ ਲਈ ਪੱਥਰਾਂ ਉੱਤੇ ਚਾਕ ਨਾਲ ਭੇਡਾਂ, ਬੱਕਰੀਆਂ, ਪਹਾੜਾਂ ਅਤੇ ਰੁੱਖਾਂ ਦੀਆਂ ਤਸਵੀਰਾਂ ਵਾਹੁਣ ਲੱਗ ਪਿਆ। ਇੱਕ ਦਿਨ ਜਦ ਉਹ ਤਸਵੀਰਾਂ ਵਾਹ ਰਿਹਾ ਸੀ, ਇਟਲੀ ਦਾ ਇੱਕ ਮਸ਼ਹੂਰ ਕਲਾਕਾਰ ਸਿਆਂਬੂ ਉੱਥੋਂ ਲੰਘਿਆ। ਉਹਨੇ ਗਿਓਟੋ ਦੀਆਂ ਮੂਰਤਾਂ ਵੇਖ ਕੇ ਉਸ ਨੂੰ ਆਪਣੇ ਨਾਲ ਫਲੋਰੈਂਸ ਸ਼ਹਿਰ ਵਿੱਚ ਲੈ ਗਿਆ ਅਤੇ ਆਪਣਾ ਸ਼ਾਗਿਰਦ ਬਣਾ ਲਿਆ। ਕੁਝ ਸਮੇਂ ਪਿੱਛੋਂ ਉਹ ਚਿੱਤਰਕਲਾ ਵਿੱਚ ਇਤਨਾ ਨਿਪੁੰਨ ਹੋ ਗਿਆ ਕਿ ਉਹਨੇ ਆਪਣੇ ਉਸਤਾਦ ਨੂੰ ਵੀ ਮਾਤ ਪਾ ਦਿੱਤੀ। ਹੁਣ ਗਿਓਟੋ ਦੁਨੀਆ ਦੇ ਉੱਘੇ ਕਲਾਕਾਰਾਂ ਵਿੱਚ ਗਿਣਿਆ ਜਾਂਦਾ ਹੈ। ਗੁਣ ਅਤੇ ਔਗੁਣ। ਸ਼ੁਭ ਆਚਰਣ ਦਾ ਆਧਾਰ ਗੁਣ ਹਨ। ਖਾਸ ਗੁਣ ਇਹ ਹਨ: ਵਿਚਾਰ, ਨਿਆਂ, ਹਿੰਮਤ, ਸਹਿਨਸ਼ੀਲਤਾ, ਨਿਮਰਤਾ, ਸਬਰ, ਸੰਤੋਖ, ਉਦਾਰਤਾ, ਪਰਉਪਕਾਰ, ਧੀਰਜ, ਬਹਾਦਰੀ ਅਤੇ ਸੰਜਮ। ਵਿਚਾਰ ਦੁਆਰਾ ਅਸੀਂ ਚੰਗੇ ਮੰਦੇ ਦੀ ਪਰਖ ਕਰ ਸਕਦੇ ਹਾਂ। ਨਿਆਂ ਦੁਆਰਾ ਅਸੀਂ ਕਿਸੇ ਦਾ ਹੱਕ ਨਹੀਂ ਖੋਹਦੇ ਅਤੇ ਨਾ ਹੀ ਕਿਸੇ ਨੂੰ ਨੁਕਸਾਨ ਪਹੁੰਚਾਉਂਦੇ ਹਾਂ। ਹਿੰਮਤ ਦੁਆਰਾ ਅਸੀਂ ਉਦਮੀ ਬਣਦੇ ਹਾਂ ਅਤੇ ਮੁਸ਼ਕਿਲਾਂ ਉੱਤੇ ਜਿੱਤ ਹਾਸਲ ਕਰਦੇ ਹਾਂ। ਸਹਿਨਸ਼ੀਲਤਾ ਦੁਆਰਾ ਅਸੀਂ ਆਪੋ ਵਿੱਚ ਮਿਲਵਰਤਨ ਪ੍ਰਾਪਤ ਕਰਦੇ ਹਾਂ ਅਤੇ ਇੱਕ ਦੂਸਰੇ ਦਾ ਸਤਿਕਾਰ ਕਰਨਾ ਸਿੱਖਦੇ ਹਾਂ। ਨਿਮਰਤਾ ਦੁਆਰਾ ਅਸੀਂ ਕਿਸੇ ਦਾ ਦਿਲ ਨਹੀਂ ਦੁਖਾਉਂਦੇ, ਸਗੋਂ ਦੂਜਿਆਂ ਦਾ ਸਹਿਯੋਗ ਹਾਸਲ ਕਰਦੇ ਹਾਂ। ਸਬਰ ਸੰਤੋਖ ਦੁਆਰਾ ਅਸੀਂ ਆਪਣੇ ਆਪ ਵਿੱਚ ਸੰਤੁਸ਼ਟ ਰਹਿੰਦੇ ਹਾਂ ਅਤੇ ਦੂਜਿਆਂ ਦੀ ਚੀਜ਼ਾਂ ਉੱਤੇ ਅੱਖ ਨਹੀਂ ਰੱਖਦੇ। ਉਦਾਰਤਾ ਦੁਆਰਾ ਅਸੀਂ ਦੂਜਿਆਂ ਵੱਲ ਆਪਣੀ ਸਦਭਾਵਨਾ ਪ੍ਰਗਟ ਕਰਦੇ ਹਾਂ,
ਪਰ ਉਪਕਾਰ ਦੁਆਰਾ ਅਸੀਂ ਦੂਜਿਆਂ ਦਾ ਭਲਾ ਕਰਦੇ ਹਾਂ ਤੇ ਆਪਣੇ ਨਫੇ ਨੁਕਸਾਨ ਦੀ ਪਰਵਾਹ ਨਹੀਂ ਕਰਦੇ। ਧੀਰਜ ਦੁਆਰਾ ਅਸੀਂ ਆਪਣੇ ਦੁੱਖ ਸੁੱਖ ਨੂੰ ਬਰਦਾਸ਼ਤ ਕਰ ਸਕਦੇ ਹਾਂ। ਬਹਾਦਰੀ ਦੁਆਰਾ ਅਸੀਂ ਕਿਸੇ ਗੱਲ ਤੋਂ ਨਹੀਂ ਡਰਦੇ ਤੇ ਸੱਚਾਈ ਉੱਪਰ ਸਭ ਕੁਝ ਵਾਰ ਦਿੰਦੇ ਹਾਂ। ਸੰਜਮ ਦੁਆਰਾ ਅਸੀਂ ਆਪਣੀਆਂ ਲੋੜਾਂ ਤੇ ਖਾਹਿਸ਼ਾਂ ਵਸ ਵਿੱਚ ਰੱਖਦੇ ਹਾਂ। ਇਹਨਾਂ ਗੁਣਾਂ ਨੂੰ ਗ੍ਰਹਿਣ ਕਰਨ ਲਈ ਹਰ ਵਕਤ ਕੋਸ਼ਿਸ਼ ਕਰਦੇ ਰਹਿਣਾ ਚਾਹੀਦਾ ਹੈ। ਹੋਰ ਸਭ ਚੀਜ਼ਾਂ ਟੁੱਟ ਭੱਜ ਜਾਂਦੀਆਂ ਹਨ, ਚੋਰੀ ਹੋ ਜਾਂਦੀਆਂ ਹਨ, ਪਰ ਇਹ ਗੁਣ ਅਜਿਹੇ ਖਜ਼ਾਨੇ ਹਨ ਕਿ ਨਾ ਤਾਂ ਇਹ ਚੁਰਾਏ ਜਾ ਸਕਦੇ ਹਨ ਤੇ ਨਾ ਹੀ ਕਿਸੇ ਤਰ੍ਹਾਂ ਖੋਏ ਜਾ ਸਕਦੇ ਹਨ। ਇਹ ਜੀਵਨ ਵਿੱਚ ਚਮਕ ਤੇ ਮਹਿਕ ਲਿਆਉਂਦੇ ਹਨ। ਅਸੀਂ ਪਿੱਛੇ ਪੜ੍ਹ ਆਏ ਹਾਂ ਕਿ ਬੁਰੇ ਕੰਮਾਂ ਦੇ ਨਤੀਜੇ ਬੁਰੇ ਹੁੰਦੇ ਹਨ। ਇਹਨਾਂ ਬੁਰੇ ਕੰਮਾਂ ਦਾ ਆਧਾਰ ਔਗੁਣ ਹਨ। ਅਹੰਕਾਰ, ਕ੍ਰੋਧ, ਲੋਭ, ਈਰਖਾ, ਘਿਰਨਾ, ਡਰ, ਆਲਸ, ਨਿੰਦਿਆ ਵੱਡੇ ਔਗੁਣ ਹਨ। ਅਹੰਕਾਰ ਦੁਆਰਾ ਅਸੀਂ ਫੋਕੀ ਸ਼ੇਖੀ ਮਾਰ ਕੇ ਆਪ ਤਾਂ ਦੂਜਿਆਂ ਤੋਂ ਵੱਡੇ ਬਣ ਬੈਠਣ ਦੀ ਕੋਸ਼ਿਸ਼ ਕਰਦੇ ਹਾਂ ਤੇ ਦੂਜਿਆਂ ਨੂੰ ਨੀਵਾਂ ਸਮਝ ਕੇ ਉਹਨਾਂ ਨਾਲ ਘਿਰਨਾ ਕਰਦੇ ਹਾਂ। ਆਪਣੇ ਉੱਪਰ ਮਾਣ ਕਰਨਾ ਉਤਨਾ ਚਿਰ ਤੱਕ ਅਹੰਕਾਰ ਨਹੀਂ ਹੁੰਦਾ ਜਿੰਨਾ ਚਿਰ ਉਹ ਵਿਖਾਵੇ ਲਈ ਨਾ ਕਰੋ। ਕ੍ਰੋਧ ਦੁਆਰਾ ਅਸੀਂ ਬੇਬਸ ਹੋ ਜਾਂਦੇ ਹਾਂ ਤੇ ਆਪਣੀ ਸੂਝ-ਬੂਝ ਗਵਾ ਲੈਂਦੇ ਹਾਂ ਤੇ ਅਜਿਹੇ ਕੰਮ ਕਰ ਲੈਂਦੇ ਹਾਂ ਜਿਨ੍ਹਾਂ ਕਾਰਨ ਬਾਅਦ ਵਿੱਚ ਸਾਨੂੰ ਪਛਤਾਵਾ ਹੁੰਦਾ ਹੈ। ਲੋਭ ਦੁਆਰਾ ਅਸੀਂ ਦੂਜਿਆਂ ਦੀਆਂ ਚੀਜ਼ਾਂ ਖੋਹ ਕੇ ਜਾਂ ਚਲਾਕੀ ਨਾਲ ਆਪਣਾ ਬਣਾਉਣ ਦੀ ਕੋਸ਼ਿਸ਼ ਕਰਦੇ ਹਾਂ। ਈਰਖਾ ਦੁਆਰਾ ਅਸੀਂ ਦੂਜਿਆਂ ਤੋਂ ਆਪਣੇ ਤੋਂ ਚੰਗਾ ਵੇਖ ਕੇ ਸੜਦੇ ਹਾਂ। ਘਿਰਨਾ ਦੁਆਰਾ ਬੱਚਿਆਂ ਨੂੰ ਦੂਸਰਿਆਂ ਨੂੰ ਨੀਚ ਸਮਝਦੇ ਹੋਏ ਉਹਨਾਂ ਨੂੰ ਨਿੰਦਦੇ ਹਾਂ। ਡਰ ਕਾਰਨ ਅਸੀਂ ਜੀਵਨ ਵਿੱਚ ਅਗਾਂਹ ਨਹੀਂ ਵੱਧ ਸਕਦੇ। ਨਿੰਦਿਆ ਕਾਰਨ ਅਸੀਂ ਆਪ ਨੀਵੇਂ ਬਣਦੇ ਹਾਂ। ਆਲਸ ਕਾਰਨ ਅਸੀਂ ਕੰਮ ਤੋਂ ਜੀ ਚੁਰਾਉਂਦੇ ਹਾਂ। ਸਾਨੂੰ ਪੂਰੀ ਕੋਸ਼ਿਸ਼ ਨਾਲ ਇਹਨਾਂ ਔਗੁਣਾਂ ਤੋਂ ਬਚਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਇਹ ਔਗਣ ਹੀ ਸਾਡੇ ਜੀਵਨ ਨੂੰ ਸਿੱਧੇ ਰਸਤੇ ਤੋਂ ਦੂਰ ਖੜਦੇ ਹਨ ਤੇ ਨਾ ਕੇਵਲ ਆਪਣੇ ਲਈ ਬਲਕਿ ਸਾਡੇ ਨਾਲ ਸੰਬੰਧ ਰੱਖਣ ਵਾਲੇ ਦੂਜਿਆਂ ਲਈ ਵੀ ਮੁਸ਼ਕਲਾਂ ਖੜੀਆਂ ਕਰਦੇ ਹਨ। ਇਹਨਾਂ ਤੋਂ ਬਚਣ ਦਾ ਆਸਾਨ ਤਰੀਕਾ ਇਹ ਹੈ ਕਿ ਸਦਾ ਗੁਣਾਂ ਵੱਲ ਹੀ ਧਿਆਨ ਦਈਏ। ਦੇਖੋ ਇੱਕ ਕਹਾਣੀ ਸੁਣਦੇ ਹਾਂ। ਸ਼ੇਖ ਸਾਦੀ ਈਰਾਨ ਦਾ ਬੜਾ ਵੱਡਾ ਵਿਦਵਾਨ ਹੋਇਆ ਹੈ। ਇਹਦੀਆਂ ਆਦਤਾਂ ਇੰਨੀਆਂ ਉੱਤਮ ਸਨ ਕਿ ਇਹਨੂੰ ਇੱਕ ਮਨੁੱਖ ਨੇ ਪੁੱਛਿਆ ਕਿ ਸ਼ੇਖ ਸਾਹਿਬ ਤੁਸੀਂ ਇੰਨੀਆਂ ਸੋਹਣੀਆਂ ਗੱਲਾਂ ਕਿੱਥੋਂ ਸਿੱਖੀਆਂ ਹਨ? ਸ਼ੇਖ ਸਾਦੀ ਨੇ ਕਿਹਾ ਇਹ ਸਭ ਗੱਲਾਂ ਮੈਂ ਉਹਨਾਂ ਕੋਲੋਂ ਸਿੱਖੀਆਂ ਹਨ ਜਿਨ੍ਹਾਂ ਨੂੰ ਬੁਰੀਆਂ ਆਦਤਾਂ ਪਈਆਂ ਹੋਈਆਂ ਸਨ। ਉਸ ਮਨੁੱਖ ਨੇ ਪੁੱਛਿਆ ਕਿ ਇਹ ਕਿਸ ਤਰ੍ਹਾਂ ਹੋ ਸਕਦਾ ਹੈ? ਸ਼ੇਖ ਸਾਦੀ ਨੇ ਕਿਹਾ ਜਦੋਂ ਮੈਂ ਕਿਸੇ ਨੂੰ ਬੁਰਾ ਕੰਮ ਕਰਦਿਆਂ ਵੇਖਦਾ ਸਾਂ ਮੈਂ ਕੋਸ਼ਿਸ਼ ਕਰਦਾ ਸਾਂ ਕਿ ਮੈਂ ਕਦੇ ਨਹੀਂ ਕਰਨਾ। ਇਸ ਤਰ੍ਹਾਂ ਮੈਂ ਬੁਰੀਆਂ ਗੱਲਾਂ ਤੋਂ ਆਪਣੇ ਆਪ ਨੂੰ ਨੇੜੇ ਨਹੀਂ ਆਉਣ ਦਿੰਦਾ ਸੀ। ਜੋ ਕੁਝ ਮੈਂ ਬਾਕੀ ਰਹਿ ਗਿਆ ਹਾਂ ਤੁਸੀਂ ਆਪੇ ਹੀ ਵੇਖ ਲਓ। ਆਦਤ ਸੁੰਦਰ ਆਦਤਾਂ ਸੁੰਦਰ ਜੀਵਨ ਬਣਾਉਂਦੀਆਂ ਹਨ। ਸਾਡੇ ਕੰਮ ਕਰਨ ਦੇ ਢੰਗ ਅਨੁਸਾਰ ਹੀ ਸਾਡੀਆਂ ਆਦਤਾਂ ਬਣ ਜਾਂਦੀਆਂ ਹਨ। ਆਦਤ ਬਣਾਉਣ ਵਿੱਚ ਚੋਖੇ ਸਮੇਂ ਤੇ ਅਭਿਆਸ ਦੀ ਲੋੜ ਹੈ। ਦਿਨ ਵਿੱਚ ਬਹੁਤ ਸਾਰੇ ਕੰਮ ਅਸੀਂ ਆਦਤ ਵੱਸ ਹੀ ਕਰਦੇ ਹਾਂ। ਸਾਨੂੰ ਚੰਗੀਆਂ ਆਦਤਾਂ ਪਾਉਣ ਦੀ ਪੂਰੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਛੋਟੀ ਉਮਰ ਵਿੱਚ ਆਦਤਾਂ ਛੇਤੀ ਬਣ ਜਾਂਦੀਆਂ ਹਨ ਅਤੇ ਆਦਤਾਂ ਤੇ ਇੱਕ ਵਾਰੀ ਪੱਕ ਜਾਣ ਤੇ ਵੱਡਿਆਂ ਹੋਇਆਂ ਇਹਨਾਂ ਦੇ ਛੱਡਣ ਜਾਂ ਬਦਲਣ ਵਿੱਚ ਬੜੀ ਮੁਸ਼ਕਲ ਆਉਂਦੀ ਹੈ। ਤੜਕੇ ਸਵੇਰੇ ਉੱਠਣ ਦੀ ਆਦਤ ਜਿੱਥੇ ਸਿਹਤ ਲਈ ਬੜੀ ਲਾਭਦਾਇਕ ਹੈ ਉੱਥੇ ਸਾਨੂੰ ਹਿੰਮਤੀ ਵੀ ਬਣਾਉਂਦੀ ਹੈ। ਪਰਮਾਤਮਾ ਨੇ ਸਾਨੂੰ ਅਣਗਿਣਤ ਦਾਤਾਂ ਦਿੱਤੀਆਂ ਹੋਈਆਂ ਹਨ। ਸਾਨੂੰ ਉਹਨਾਂ ਦਾ ਦਿਲੋਂ ਧੰਨਵਾਦ ਕਰਨਾ ਜ਼ਰੂਰੀ ਹੈ। ਇਸ ਲਈ ਸਾਨੂੰ ਦਿਨ ਦਾ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਪਰਮਾਤਮਾ ਨੂੰ ਯਾਦ ਕਰਨ ਦੀ ਆਦਤ ਬਣਾਉਣੀ ਚਾਹੀਦੀ ਹੈ। ਇਹ ਆਦਤ ਸਾਡੇ ਜੀਵਨ ਨੂੰ ਭਰਪੂਰ ਰੱਖਦੀ ਹੈ। ਸਾਨੂੰ ਕੁਦਰਤ ਦੀ ਸੁੰਦਰਤਾ ਨਾਲ ਪਿਆਰ ਜ਼ਰੂਰ ਪਾਉਣਾ ਚਾਹੀਦਾ ਹੈ। ਇਸ ਨਾਲ ਸਾਡੇ ਜੀਵਨ ਵਿੱਚ ਖੇੜਾ ਆਉਂਦਾ ਹੈ। ਸੂਰਜ ਚੜ੍ਹਨ ਤੇ ਡੁੱਬਣ ਵੇਲੇ ਆਕਾਸ਼ ਤੇ ਸੁੰਦਰ ਰੰਗ ਦਿਸਦੇ ਹਨ। ਰਾਤ ਵੇਲੇ ਝਿਲਮਿਲ ਕਰਦੇ ਤਾਰੇ, ਖਿੜੀ ਹੋਈ ਚਾਨਣੀ, ਵਿਸ਼ਾਲ ਲੈ ਕਰਦੀ ਹਰਿਆਵਲ ਤੇ ਰੰਗ ਬਿਰੰਗੇ ਫੁੱਲ ਹਿਰਦੇ ਨੂੰ ਵਿਸ਼ਾਲ ਤੇ ਸੁੰਦਰ ਬਣਾਉਂਦੇ ਹਨ। ਘੱਟ ਬੋਲਣ ਦੀ ਆਦਤ ਸਾਨੂੰ ਕਈ ਝਗੜਿਆਂ ਤੋਂ ਦੂਰ ਰੱਖਦੀ ਹੈ। ਮੌਕੇ ਅਨੁਸਾਰ ਬੋਲਣਾ ਤੇ ਖੁੱਲ੍ਹ ਕੇ ਹੱਸਣਾ ਵੀ ਉਤਨਾ ਹੀ ਜ਼ਰੂਰੀ ਹੈ ਜਿੰਨਾ ਕਿ ਚੁੱਪ ਰਹਿਣਾ। ਮਿੱਠਾ ਬੋਲਣ ਨਾਲ ਸਾਡੇ ਬਹੁਤ ਸਾਰੇ ਕੰਮ ਆਪੇ ਹੀ ਹੋ ਜਾਂਦੇ ਹਨ। ਕੌੜੇ ਸ਼ਬਦਾਂ ਨਾਲ ਅਸੀਂ ਆਲੇ ਦੁਆਲੇ ਵੈੜੀ ਖੜੇ ਕਰ ਲੈਂਦੇ ਹਾਂ। ਜਦੋਂ ਕੋਈ ਗੱਲ ਕਰਦਾ ਹੋਵੇ ਤਾਂ ਉਹਨੂੰ ਧਿਆਨ ਨਾਲ ਸੁਣਨਾ ਚਾਹੀਦਾ ਹੈ। ਧਿਆਨ ਨਾਲ ਸੁਣਨ ਤੇ ਸੁਣੀ ਹੋਈ ਗੱਲ ਨੂੰ ਵਿਚਾਰਨ ਨਾਲ ਅਸੀਂ ਸਮਝਦਾਰ ਬਣ ਜਾਂਦੇ ਹਾਂ। ਸਮੇਂ ਦੀ ਕਦਰ ਕਰਨਾ ਇੱਕ ਬੜੀ ਹੀ ਜ਼ਰੂਰੀ ਆਦਤ ਹੈ। ਜਿੱਥੇ ਵੀ ਜਾਣਾ ਹੋਵੇ ਸਾਨੂੰ ਸਮੇਂ ਸਿਰ ਪਹੁੰਚਣਾ ਚਾਹੀਦਾ ਹੈ। ਦੇਰ ਨਾਲ ਪਹੁੰਚਣ ਨਾਲ ਜਿੱਥੇ ਆਪਣੇ ਸਮੇਂ ਦਾ ਨੁਕਸਾਨ ਹੁੰਦਾ ਹੈ ਉੱਥੇ ਦੂਜੇ ਦਾ ਵੀ ਬੜਾ ਹਰਜ ਹੁੰਦਾ ਹੈ। ਆਪਣੇ ਕੰਮ ਕਰਨ ਤੇ ਆਰਾਮ ਕਰਨ ਦੇ ਸਮੇਂ ਨੂੰ ਵੰਡ ਕੇ ਉਸ ਉੱਪਰ ਦ੍ਰਿੜਤਾ ਨਾਲ ਚੱਲਣ ਦੀ ਬੜੀ ਉੱਤਮ ਆਦਤ ਹੈ। ਆਪਣੇ ਤੋਂ ਵੱਡੇ ਦੇ ਸਾਹਮਣੇ ਕਦੀ ਉੱਚਾ ਤੇ ਗੁਸਤਾਖੀ ਨਾਲ ਨਹੀਂ ਬੋਲਣਾ ਚਾਹੀਦਾ। ਜਦੋਂ ਕੋਈ ਗੱਲ ਨਾ ਬੋੜੇ ਤਾਂ ਚੁੱਪ ਰਹਿਣਾ ਅਕਲਮੰਦੀ ਹੈ। ਹਮੇਸ਼ਾ ਸੱਚ ਬੋਲਣ ਦੀ ਆਦਤ ਪਾਉਣੀ ਚਾਹੀਦੀ ਹੈ। ਝੂਠ ਬੋਲਣ ਨਾਲ ਸਮਾਂ ਤਾਂ ਟਲ ਜਾਂਦਾ ਹੈ ਪਰ ਬਾਅਦ ਵਿੱਚ ਸ਼ਰਮਿੰਦਿਆਂ ਹੋਣਾ ਪੈਂਦਾ ਹੈ। ਆਪਣਾ ਇਕਰਾਰ ਪੂਰਾ ਕਰਨਾ ਚਾਹੀਦਾ ਹੈ। ਜਿਹੜਾ ਆਪਣੇ ਇਕਰਾਰ ਪੂਰਾ ਨਹੀਂ ਕਰਦੇ ਉਹਨਾਂ ਤੋਂ ਇਤਬਾਰ ਉੱਠ ਜਾਂਦਾ ਹੈ। ਕਾਹਲੀ ਦੀ ਆਦਤ ਬਿਲਕੁਲ ਚੰਗੀ ਨਹੀਂ। ਸਿਆਣੇ ਆਖਦੇ ਹਨ ਕਾਹਲੀ ਅੱਗੇ ਟੋਏ,
ਸਦਾ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਕਾਹਲੀ ਵਿੱਚ ਕੀਤਾ ਹੋਇਆ ਕੰਮ ਵਿਅਰਥ ਜਾਂਦਾ ਹੈ। ਕਿਸੇ ਨੂੰ ਪਿੱਠ ਪਿੱਛੇ ਨਿੰਦਣ ਦੀ ਆਦਤ ਚੰਗੀ ਨਹੀਂ। ਇਹ ਆਪਣੇ ਆਪ ਨੂੰ ਹੌਲਿਆਂ ਕਰਦੀ ਹੈ ਤੇ ਆਚਰਨ ਨੂੰ ਡੇਗਦੀ ਹੈ। ਕੰਮ ਨੂੰ ਅਗਾਂਹ ਪਾਉਣ ਦੀ ਆਦਤ ਚੰਗੀ ਨਹੀਂ। ਫੌਰਨ ਉਸ ਵੇਲੇ ਕੰਮ ਨੂੰ ਪੂਰਾ ਕਰਨ ਦੀ ਆਦਤ ਬਣਾਉਣੀ ਚਾਹੀਦੀ ਹੈ। ਆਪਣੀਆਂ ਕਿਤਾਬਾਂ ਤੇ ਹੋਰ ਚੀਜ਼ਾਂ ਨੂੰ ਸਾਫ਼ ਸੁਥਰੇ ਰੱਖਣ ਦੀ ਆਦਤ ਪਾਉਣੀ ਚਾਹੀਦੀ ਹੈ। ਭੋਜਨ ਸਾਡੇ ਸਰੀਰ ਨੂੰ ਤਾਕਤ ਦਿੰਦਾ ਹੈ, ਇਸ ਲਈ ਸਾਨੂੰ ਭੋਜਨ ਬੜੇ ਸਤਿਕਾਰ ਨਾਲ ਖਾਣ ਦੀ ਆਦਤ ਬਣਾਉਣੀ ਚਾਹੀਦੀ ਹੈ। ਖਾਣਾ ਖਾਣ ਵਾਲੀ ਥਾਂ ਸਜਾਈ ਹੋਵੇ ਤਾਂ ਖਾਣਾ ਦੂਣਾ ਆਨੰਦ ਦਿੰਦਾ ਹੈ। ਖਾਣਾ ਖਾਣ ਤੋਂ ਪਹਿਲਾਂ ਹੱਥ ਸਾਫ਼ ਕਰਨੇ ਜ਼ਰੂਰੀ ਹਨ। ਕੁਝ ਦੇਸ਼ਾਂ ਵਿੱਚ ਲੋਕ ਖਾਣਾ ਖਾਣ ਨੂੰ ਇਤਨਾ ਮਹੱਤਵ ਦਿੰਦੇ ਹਨ ਕਿ ਖਾਸ ਲਿਬਾਸ ਪਹਿਨ ਕੇ ਬੜੀ ਸੱਜ ਧੱਜ ਨਾਲ ਖਾਣਾ ਖਾਂਦੇ ਹਨ। ਜੀਵਨ ਨੂੰ ਸੁੰਦਰ ਤੇ ਉੱਚਾ ਬਣਾਉਣ ਵਾਲੀਆਂ ਆਦਤਾਂ ਨੂੰ ਅਪਣਾਉਣਾ ਚਾਹੀਦਾ ਹੈ। ਇੱਕ ਅਮੀਰ ਆਦਮੀ ਸੀ। ਉਸ ਕੋਲ ਨੌਕਰੀ ਕਰਨ ਲਈ 2 ਆਦਮੀ ਗਏ। ਇੱਕ ਕੋਲ ਆਪਣੀ ਯੋਗਤਾ ਦਾ ਸਬੂਤ ਦੇਣ ਲਈ ਬੜੇ ਸਰਟੀਫਿਕੇਟ ਸਨ, ਦੂਜੇ ਪਾਸ ਐਸੀ ਕੋਈ ਚੀਜ਼ ਨਹੀਂ ਸੀ। ਪਹਿਲੇ ਨੂੰ ਜਦ ਅਮੀਰ ਆਦਮੀ ਨੇ ਬੁਲਾਇਆ ਤਾਂ ਉਹ ਬਹਾ ਚੌੜ ਚਪੱਟ ਖੂਆ ਛੱਡ ਕੇ ਚਲਾ ਗਿਆ। ਜਾਂਦਿਆਂ ਸਾਰ ਬਿਨਾਂ ਪੁੱਛੇ ਹੀ ਕੁਰਸੀ ਉੱਤੇ ਆਕੜ ਕੇ ਬੈਠ ਗਿਆ ਤੇ ਮੇਜ਼ ਤੇ ਪਈਆਂ ਚੀਜ਼ਾਂ ਨੂੰ ਛੇੜਨ ਲੱਗ ਪਿਆ। ਫਿਰ ਦੂਜੇ ਨੂੰ ਬੁਲਾਇਆ ਗਿਆ। ਉਹ ਅੰਦਰ ਵੜਦਿਆਂ ਹੀ ਬੂਹੇ ਨੂੰ ਢੋ ਕੇ ਅਮੀਰ ਆਦਮੀ ਪਾਸ ਪਹੁੰਚਿਆ ਤੇ ਨਿਮਰਤਾ ਤੇ ਸਤਿਕਾਰ ਨਾਲ ਖਲੋ ਗਿਆ। ਅਚਾਨਕ ਮੇਜ਼ ਉੱਤੇ ਪਿਆ ਇੱਕ ਕਾਗਜ਼ ਥੱਲੇ ਡਿੱਗ ਪਿਆ। ਉਹ ਉਸਨੇ ਬੜੇ ਅਦਬ ਨਾਲ ਚੁੱਕ ਕੇ ਜਿੱਥੋਂ ਡਿੱਗਾ ਸੀ ਉੱਥੇ ਹੀ ਰੱਖ ਦਿੱਤਾ। ਅਮੀਰ ਆਦਮੀ ਨੇ ਦੂਜੇ ਉਮੀਦਵਾਰ ਨੂੰ ਨੌਕਰ ਰੱਖ ਲਿਆ। ਅਮੀਰ ਆਦਮੀ ਦਾ ਇੱਕ ਹੋਰ ਮਿੱਤਰ ਕੋਲ ਬੈਠਾ ਸੀ। ਉਹ ਹੈਰਾਨ ਹੋ ਕੇ ਪੁੱਛਣ ਲੱਗਾ, ਪਹਿਲੇ ਕੋਲ ਆਪਣੀ ਯੋਗਤਾ ਦੇ ਸਰਟੀਫਿਕੇਟਾਂ ਦਾ ਥੱਦਾ ਸੀ ਤੇ ਦੂਜੇ ਪਾਸ ਕੁਝ ਵੀ ਨਹੀਂ ਸੀ, ਤੁਸੀਂ ਦੂਜੇ ਨੂੰ ਨੌਕਰੀ ਕਿਉਂ ਦਿੱਤੀ ਏ? ਅਮੀਰ ਨੇ ਕਿਹਾ, ਉਹਦੇ ਗੁਣ ਹੀ ਸਰਟੀਫਿਕੇਟਾਂ ਤੋਂ ਵੱਧ ਉਹਦੀ ਯੋਗਤਾ ਦਾ ਵੱਡਾ ਸਬੂਤ ਹਨ। ਆਚਰਣ। ਅਸੀਂ ਜਿਸ ਰੂਪ ਵਿੱਚ ਆਪਣੇ ਜੀਵਨ ਨੂੰ ਢਾਲਦੇ ਹਾਂ ਉਸ ਨੂੰ ਅਸੀਂ ਆਪਣਾ ਆਚਰਣ ਆਖਦੇ ਹਾਂ। ਸਾਡੇ ਰੋਜ਼ ਦੇ ਕੰਮਾਂ ਤੋਂ ਸਾਡੀਆਂ ਆਦਤਾਂ ਬਣਦੀਆਂ ਹਨ ਤੇ ਸਾਡੀਆਂ ਆਦਤਾਂ ਤੋਂ ਆਚਰਣ ਬਣਦਾ ਹੈ। ਆਚਰਣ ਚੰਗਾ ਵੀ ਹੋ ਸਕਦਾ ਹੈ ਤੇ ਮੰਦਾ ਵੀ। ਚੰਗਾ ਆਚਰਣ ਚੰਗੇ ਕੰਮਾਂ ਨਾਲ ਬਣਦਾ ਹੈ ਤੇ ਬੁਰਾ ਆਚਰਣ ਬੁਰੇ ਕੰਮਾਂ ਨਾਲ। ਚੰਗਾ ਕੰਮ ਉਹ ਹੈ ਜਿਸ ਨਾਲ ਅਸੀਂ ਆਪਣਾ ਤੇ ਦੂਜਿਆਂ ਦਾ ਭਲਾ ਕਰਦੇ ਹਾਂ। ਚੰਗਾ ਕੰਮ ਕਰਕੇ ਸਾਨੂੰ ਸੋਭਾ ਮਿਲਦੀ ਹੈ ਤੇ ਸਾਡੇ ਮਨ ਨੂੰ ਖੁਸ਼ੀ ਹੁੰਦੀ ਹੈ। ਅਜਿਹੇ ਕੰਮ ਕਰਨੇ ਜਿਨ੍ਹਾਂ ਤੋਂ ਸਾਨੂੰ ਹਾਰਦਿਕ ਖੁਸ਼ੀ ਮਿਲੇ ਪਰਮਾਤਮਾ ਦੀ ਪੂਜਾ ਹੈ। ਇਹ ਕੰਮ ਹੀ ਸਾਡੇ ਜੀਵਨ ਦਾ ਆਧਾਰ ਹਨ। ਇਹ ਹੀ ਉੱਨਤੀ ਦਾ ਰਾਹ ਹਨ ਤੇ ਇਹੋ ਹੀ ਉੱਚੇ ਆਚਰਣ ਦੀ ਨੀਂਹ ਹਨ। ਬੁਰਾ ਕੰਮ ਉਹ ਹੈ ਜਿਸ ਨਾਲ ਅਸੀਂ ਆਪਣੇ ਆਪ ਨੂੰ ਤੇ ਦੂਜਿਆਂ ਨੂੰ ਨੁਕਸਾਨ ਪਹੁੰਚਾਉਂਦੇ ਹਾਂ। ਕਿਸੇ ਨੂੰ ਕਿਸੇ ਕਿਸਮ ਦਾ ਨੁਕਸਾਨ ਪਹੁੰਚਾਉਣਾ ਬਹੁਤ ਬੁਰੀ ਗੱਲ ਹੈ। ਬੁਰਾ ਕੰਮ ਕਰਕੇ ਸਾਨੂੰ ਬਦਨਾਮੀ ਮਿਲਦੀ ਹੈ, ਸਾਡੀ ਬੇਇੱਜ਼ਤੀ ਹੁੰਦੀ ਹੈ ਤੇ ਅਸੀਂ ਸ਼ਰਮ ਨਾਲ ਸਿਰ ਉੱਚਾ ਨਹੀਂ ਕਰ ਸਕਦੇ। ਬੁਰੇ ਕੰਮ ਸਾਡੇ ਜੀਵਨ ਨੂੰ ਖਰਾਬ ਕਰਦੇ ਹਨ। ਜਦੋਂ ਕੋਈ ਵੀ ਕੰਮ ਪਰਮਾਤਮਾ ਦੇ ਨਿਯਮਾਂ ਦੇ ਵਿਰੁੱਧ ਕੀਤਾ ਜਾਏ ਤਾਂ ਅਸੀਂ ਉਸ ਨੂੰ ਪਾਪ ਆਖਦੇ ਹਾਂ। ਹਰ ਇੱਕ ਮਨੁੱਖ ਨੂੰ ਕੀਤੇ ਪਾਪ ਦੀ ਸਜ਼ਾ ਪਰਮਾਤਮਾ ਆਪ ਦਿੰਦਾ ਹੈ। ਇਸੇ ਤਰ੍ਹਾਂ ਆਪਣੇ ਦੇਸ਼ ਦੇ ਕਾਨੂੰਨ ਵਿਰੁੱਧ ਕੋਈ ਕੰਮ ਕਰਨਾ ਜੁਰਮ ਹੈ। ਜੁਰਮ ਦੀ ਸਜ਼ਾ ਜੁਰਮ ਕਰਨ ਵਾਲੇ ਨੂੰ ਭੁਗਤਣੀ ਪੈਂਦੀ ਹੈ। ਉਸ ਨੂੰ ਪਕੜ ਲਿਆ ਜਾਂਦਾ ਹੈ ਤੇ ਜੇਲ੍ਹ ਵਿੱਚ ਸੁੱਟ ਦਿੱਤਾ ਜਾਂਦਾ ਹੈ। ਇਸ ਤਰ੍ਹਾਂ ਬੁਰਾ ਕੰਮ ਕਰਨ ਵਾਲੇ ਬੜੇ ਖੁਆਰ ਹੁੰਦੇ ਹਨ। ਇਸ ਲਈ ਬੁਰਾ ਕੰਮ ਹਰਗਿਜ਼ ਨਹੀਂ ਕਰਨਾ ਚਾਹੀਦਾ। ਮਨੁੱਖ ਪਾਸੋਂ ਭੋਲੇ ਭਾਅ ਗਲਤੀ ਹੋ ਜਾਣੀ ਕੋਈ ਵੱਡੀ ਗੱਲ ਨਹੀਂ, ਪਰ ਦੂਜੀ ਵਾਰ ਉਹ ਗਲਤੀ ਨਹੀਂ ਕਰਨੀ ਚਾਹੀਦੀ। ਇਸ ਲਈ ਸਾਨੂੰ ਹਰ ਵੇਲੇ ਇਸ ਕੋਸ਼ਿਸ਼ ਵਿੱਚ ਰਹਿਣਾ ਚਾਹੀਦਾ ਹੈ ਕਿ ਬੁਰਾ ਕੰਮ ਨਾ ਕਰੀਏ। ਸਦਾ ਚੰਗਾ ਕੰਮ ਕਰਨ ਲਈ ਪੂਰਾ ਯਤਨ ਕਰਨਾ ਚਾਹੀਦਾ ਹੈ। ਅਸੀਂ ਦੇਖਿਆ ਹੈ ਕਿ ਜੋ ਕੁਝ ਅਸੀਂ ਸੋਚਦੇ ਹਾਂ ਉਸੇ ਤਰ੍ਹਾਂ ਹੀ ਅਸੀਂ ਕਰਦੇ ਹਾਂ। ਇਸ ਲਈ ਚੰਗੇ ਚੰਗੇ ਖਿਆਲ ਮਨ ਵਿੱਚ ਲਿਆਉਣੇ ਚਾਹੀਦੇ ਹਨ। ਸਾਡਾ ਮਨ ਬੜਾ ਹੀ ਚੰਚਲ ਹੈ, ਇਸ ਨੂੰ ਪੂਰੀ ਤਾਕਤ ਨਾਲ ਵਸ ਵਿੱਚ ਰੱਖਣਾ ਜ਼ਰੂਰੀ ਹੈ। ਜਦੋਂ ਵੀ ਬੁਰੇ ਖਿਆਲ ਆਉਣ ਉਸੇ ਵੇਲੇ ਮਨ ਨੂੰ ਹੋਰ ਪਾਸੇ ਲਾ ਲੈਣਾ ਚਾਹੀਦਾ ਹੈ। ਚੰਗੇ ਖਿਆਲਾਂ ਲਈ ਚੰਗੀ ਸੰਗਤ ਬੜੀ ਜ਼ਰੂਰੀ ਹੈ, ਕਿਉਂਕਿ ਸੰਗਤ ਸਾਡੇ ਆਚਰਣ ਉੱਤੇ ਬੜਾ ਡੂੰਘਾ ਪ੍ਰਭਾਵ ਪਾਉਂਦੀ ਹੈ। ਚੰਗੀ ਸੰਗਤ ਲਈ ਸਾਡੇ ਵਾਸਤੇ ਗੁਰਦੁਆਰੇ ਅਤੇ ਮੰਦਿਰ ਹਨ। ਉੱਥੋਂ ਅਸੀਂ ਚੰਗੀਆਂ ਗੱਲਾਂ ਸੁਣਦੇ ਤੇ ਸਿੱਖਦੇ ਹਾਂ। ਚੰਗੇ ਵਿਚਾਰਾਂ ਲਈ ਇੱਕ ਚੰਗੀ ਕਿਤਾਬ ਬੜੀ ਸਹਾਇਤਾ ਦੇ ਸਕਦੀ ਹੈ। ਉਸ ਵਿੱਚ ਅਸੀਂ ਮਹਾਂਪੁਰਸ਼ਾਂ ਬਾਰੇ ਪੜ੍ਹਦੇ ਹਾਂ। ਇਹ ਪੁਰਸ਼ ਮਹਾਨ ਇਸ ਲਈ ਹਨ ਕਿਉਂਕਿ ਸ਼ੁਭ ਆਚਰਣ ਬਣਾਉਣ ਲਈ ਇਹ ਬੜਾ ਤਪ ਕਰਦੇ ਹਨ। ਬੁਰੇ ਵਿਚਾਰਾਂ ਨੂੰ ਮਨ ਵਿੱਚ ਆਉਣ ਤੋਂ ਆਸਾਨੀ ਨਾਲ ਨਹੀਂ ਰੋਕਿਆ ਜਾ ਸਕਦਾ। ਇਹਨਾਂ ਬਾਰੇ ਹਮੇਸ਼ਾ ਚੁਕੰਨੇ ਰਹਿਣਾ ਚਾਹੀਦਾ ਹੈ ਤੇ ਇਹਨਾਂ ਵਿਰੁੱਧ ਡਟ ਕੇ ਮੁਕਾਬਲਾ ਕਰਨਾ ਚਾਹੀਦਾ ਹੈ। ਮਹਾਂਪੁਰਸ਼ਾਂ ਦਾ ਜੀਵਨ ਪੜ੍ਹ ਕੇ ਸਾਨੂੰ ਬੁਰੇ ਖਿਆਲਾਂ ਨੂੰ ਦੂਰ ਕਰਨ ਦਾ ਰਾਹ ਮਿਲਦਾ ਹੈ। ਉਹਨਾਂ ਦੀ ਕਾਮਯਾਬੀ ਵੱਲੋਂ ਜਾਣ 'ਤੇ ਸਾਨੂੰ ਵੀ ਚੰਗੇ ਕੰਮ ਕਰਨ ਦਾ ਉਤਸ਼ਾਹ ਮਿਲਦਾ ਹੈ। ਸਾਡੇ ਮਨ ਵਿੱਚ ਆਪਣੀ ਜਿੱਤ ਲਈ ਦ੍ਰਿੜ ਵਿਸ਼ਵਾਸ ਬਣਦਾ ਹੈ। ਮਹਾਂਪੁਰਸ਼ਾਂ ਦੇ ਬਚਨ ਅਨਮੋਲ ਮੋਤੀ ਹੁੰਦੇ ਹਨ। ਇਹਨਾਂ ਨੂੰ ਸਤਿਕਾਰ ਨਾਲ ਵਿਚਾਰਨਾ ਤੇ ਇਹਨਾਂ ਉੱਪਰ ਅਮਲ ਕਰਨਾ
ਚੰਗੇ ਆਚਰਣ ਦੇ ਬਣਾਉਣ ਲਈ ਬੜਾ ਜ਼ਰੂਰੀ ਹੈ। ਇਸ ਦੇ ਲਈ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਦੂਜੀਆਂ ਧਾਰਮਿਕ ਪੁਸਤਕਾਂ ਨੂੰ ਬੜੇ ਆਦਰ ਮਾਣ ਨਾਲ ਉੱਚੀ ਥਾਂ ਰੱਖਦੇ ਹਾਂ ਅਤੇ ਮੱਥਾ ਟੇਕ ਕੇ ਗੁਰੂ ਸਾਹਿਬਾਂ ਦਾ ਧੰਨਵਾਦ ਕਰਦੇ ਹਾਂ। ਖੇਤਾਂ ਅਤੇ ਬਾਗਾਂ ਦੀ ਸੈਰ ਵੇਲੇ ਵੀ ਸਾਨੂੰ ਬੜੀ ਉੱਤਮ ਸੰਗਤ ਮਿਲਦੀ ਹੈ। ਸਾਡੇ ਆਲੇ ਦੁਆਲੇ ਉੱਗੀ ਹੋਈ ਬਨਸਪਤੀ ਸਾਡਾ ਸਾਥ ਦਿੰਦੀ ਹੈ। ਫੁੱਲ, ਬੂਟੇ, ਰੁੱਖ ਸਭ ਆਪਣੀ ਚੁੱਪ ਨਾਲ ਸਾਡੇ ਮਨ ਨੂੰ ਇਕਾਗਰ ਕਰਨ ਵਿੱਚ ਮਦਦ ਕਰਦੇ ਹਨ। ਇਸ ਨਾਲ ਅਸੀਂ ਆਪਣੀਆਂ ਕਈ ਉਲਝਣਾਂ ਹੱਲ ਕਰ ਲੈਂਦੇ ਹਾਂ ਅਤੇ ਆਪਣੇ ਆਚਰਣ ਨੂੰ ਉੱਚਾ ਅਤੇ ਸੋਹਣਾ ਬਣਾਉਂਦੇ ਹਾਂ। ਇੱਕ ਕਹਾਣੀ ਹੈ, ਡਾਇਨੇਸਿਸ ਨਾਮ ਦਾ ਸਿਸਲੀ ਵਿੱਚ ਇੱਕ ਬਾਦਸ਼ਾਹ ਹੋਇਆ ਹੈ। ਉਹਨੇ ਕਿਸੇ ਕਾਰਨ ਦੇਸ਼ ਦੇ ਇੱਕ ਵਸਨੀਕ ਫਿਨਟੀਅਸ ਨਾਲ ਨਾਰਾਜ਼ ਹੋ ਕੇ ਉਹਨੂੰ ਫਾਂਸੀ ਦੀ ਸਜ਼ਾ ਦੇ ਦਿੱਤੀ। ਫਿਨਟੀਅਸ ਨੇ ਬਾਦਸ਼ਾਹ ਪਾਸ ਪ੍ਰਾਰਥਨਾ ਕੀਤੀ ਫਾਂਸੀ ਚੜ੍ਹਨ ਤੋਂ ਪਹਿਲਾਂ ਉਹਨੂੰ ਘਰ ਜਾ ਕੇ ਆਪਣੇ ਬੱਚਿਆਂ ਨੂੰ ਮਿਲਣ ਦੀ ਆਗਿਆ ਦਿੱਤੀ ਜਾਵੇ ਅਤੇ ਉਸ ਦੀ ਥਾਂ ਉਤਨੀ ਦੇਰ ਉਹਦਾ ਮਿੱਤਰ ਡੈਮਨ ਜਾਮਨ ਦੇ ਤੌਰ 'ਤੇ ਕੈਦ ਵਿੱਚ ਰਹੇਗਾ। ਬਾਦਸ਼ਾਹ ਉਹਦੀ ਇਹ ਪ੍ਰਾਰਥਨਾ ਮੰਨ ਗਿਆ। ਫਾਂਸੀ ਦਾ ਦਿਨ ਆ ਗਿਆ ਪਰ ਫਿਨਟੀਅਸ ਆਪਣੇ ਇਕਰਾਰ ਮੁਤਾਬਕ ਉੱਥੇ ਨਾ ਪਹੁੰਚਿਆ। ਇਸ 'ਤੇ ਬਾਦਸ਼ਾਹ ਨੇ ਉਸ ਦੇ ਮਿੱਤਰ ਡੈਮਨ ਨੂੰ, ਜੋ ਉਸ ਦੀ ਥਾਂ ਕੈਦ ਸੀ, ਕਿਹਾ, ਤੂੰ ਬੜਾ ਮੂਰਖ ਹੈ ਜੋ ਆਪਣੇ ਮਿੱਤਰ ਡੈਮਨ ਉੱਤੇ ਇਤਨਾ ਇਤਬਾਰ ਕੀਤਾ ਹੈ। ਦੇਖ, ਉਹ ਹਾਲੇ ਤੱਕ ਨਹੀਂ ਆਇਆ ਅਤੇ ਤੈਨੂੰ ਹੁਣ ਖਾਮ-ਖਾ ਉਸ ਦੀ ਥਾਂ ਮਰਨਾ ਪਏਗਾ। ਡੈਮਨ ਨੇ ਕਿਹਾ, ਮੈਨੂੰ ਆਪਣੇ ਮਿੱਤਰ 'ਤੇ ਪੂਰਾ ਵਿਸ਼ਵਾਸ ਹੈ। ਜੇ ਉਹ ਵਕਤ ਸਿਰ ਨਹੀਂ ਆ ਸਕਿਆ ਤਾਂ ਜ਼ਰੂਰ ਕਿਸੇ ਗੱਲ ਕਰਕੇ ਮਜਬੂਰ ਹੋਣਾ ਹੈ। ਮੈਂ ਉਸ ਦੀ ਥਾਂ ਖੁਸ਼ੀ-ਖੁਸ਼ੀ ਫਾਂਸੀ ਚੜ੍ਹਨ ਨੂੰ ਤਿਆਰ ਹਾਂ। ਅਜੇ ਇਹ ਗੱਲ ਡੈਮਨ ਦੇ ਮੂੰਹ ਵਿੱਚ ਹੀ ਸੀ ਕਿ ਫਾਂਸੀ ਦੇ ਤਖਤੇ ਪਾਸ ਇਕੱਠੇ ਹੋਏ ਲੋਕਾਂ ਦੀ ਭੀੜ ਨੂੰ ਚੀਰਦਿਆਂ ਹੋਇਆ ਫਿਨਟੀਅਸ ਹੱਫਦਾ ਹੋਇਆ ਉੱਥੇ ਪਹੁੰਚਿਆ ਅਤੇ ਆਪਣੇ ਮਿੱਤਰ ਡੈਮਨ ਦਾ ਧੰਨਵਾਦ ਕਰਕੇ ਆਪ ਫਾਂਸੀ ਚੜ੍ਹਨ ਲਈ ਤਿਆਰ ਹੋ ਗਿਆ। ਇਹ ਵੇਖ ਕੇ ਬਾਦਸ਼ਾਹ ਉਹਨਾਂ ਦੋਹਾਂ ਮਿੱਤਰਾਂ ਦੇ ਪਿਆਰ ਉੱਤੇ ਇਤਨਾ ਖੁਸ਼ ਹੋਇਆ ਕਿ ਨਾ ਕੇਵਲ ਉਹਨੇ ਡੈਮਨ ਦੀ ਭੁੱਲ ਮੁਆਫ ਕਰ ਦਿੱਤੀ ਬਲਕਿ ਉਹਨਾਂ ਦੋਨਾਂ ਨੂੰ ਪ੍ਰਾਰਥਨਾ ਕੀਤੀ ਕਿ ਉਹ ਵੀ ਆਪਣਾ ਮਿੱਤਰ ਬਣਨ ਦਾ ਮਾਣ ਬਖਸ਼ਣ। ਉੱਚ ਆਚਰਣ ਵਾਲੇ ਮਨੁੱਖ ਦੇ ਵੈਰੀ ਵੀ ਉਸ ਦੀ ਇੱਜ਼ਤ ਕਰਦੇ ਹਨ। ਸੱਚ ਤੇ ਝੂਠ। ਸੱਚ ਤੇ ਝੂਠ ਦਿਨ ਰਾਤ ਵਾਂਗ ਦਿਨ ਦੇ ਜੀਵਨ ਦੇ ਦੋ ਪੱਖ ਹਨ। ਸੱਚ ਦਿਨ ਵਾਂਗ ਚਮਕਦਾਰ ਤੇ ਉਜਲਾ ਹੈ, ਝੂਠ ਰਾਤ ਵਾਂਗ ਕਾਲਾ ਤੇ ਡਰਾਉਣਾ ਹੈ। ਸੱਚ ਸਾਨੂੰ ਇਨਸਾਫ ਦਾ ਰਾਹ ਦੱਸਦਾ ਹੈ ਤੇ ਝੂਠ ਬੇਇਨਸਾਫੀ ਤੇ ਜ਼ੁਲਮ ਵੱਲ ਲੈ ਜਾਂਦਾ ਹੈ। ਇਸ ਲਈ ਸਾਨੂੰ ਸਦਾ ਸੱਚ ਨੂੰ ਅਪਣਾਉਣਾ ਚਾਹੀਦਾ ਹੈ। ਸੱਚ ਨੂੰ ਅਪਣਾਉਣ ਨਾਲ ਸਾਡਾ ਜੀਵਨ ਵੀ ਉਜਲਾ ਹੋ ਜਾਂਦਾ ਹੈ ਤੇ ਮਨ ਨੂੰ ਸ਼ਾਂਤੀ ਆਉਂਦੀ ਹੈ। ਜਿੰਨੇ ਵੀ ਮਹਾਂਪੁਰਸ਼ ਹੋਏ ਹਨ ਸਭਨਾਂ ਨੇ ਸੱਚ ਦਾ ਆਸਰਾ ਲੈ ਕੇ ਆਪਣੀ ਜੀਵਨ ਯਾਤਰਾ ਨੂੰ ਸਫਲ ਤੇ ਸੁੰਦਰ ਬਣਾਇਆ ਹੈ। ਇਸ ਲਈ ਉਹਨਾਂ ਨੂੰ ਅਸੀਂ ਹਾਲੀ ਤੱਕ ਸਤਿਕਾਰ ਨਾਲ ਯਾਦ ਕਰਦੇ ਹਾਂ। ਸੱਚ ਉੱਪਰ ਕਾਇਮ ਰਹਿਣ ਵਾਲੇ ਨੂੰ ਕਦੇ ਵੀ ਹਾਰ ਨਹੀਂ ਹੁੰਦੀ। ਉਹ ਕਦੀ ਵੀ ਕਿਸੇ ਵੀ ਗੱਲ ਤੋਂ ਨਹੀਂ ਡਰਦਾ। ਕਿਤਨੀਆਂ ਵੱਡੀਆਂ ਤੇ ਵੱਡੀਆਂ ਔਕੜਾਂ ਵੀ ਰਾਹ ਵਿੱਚ ਕਿਉਂ ਨਾ ਆਉਣ, ਸੱਚਾਈ ਸਾਹਮਣੇ ਦੂਰ ਹੋ ਜਾਂਦੀਆਂ ਹਨ। ਸੱਚੇ ਮਨੁੱਖ ਦਾ ਜੀਵਨ ਸਦਾ ਉੱਚਾ ਤੇ ਸਫਲ ਹੁੰਦਾ ਹੈ ਤੇ ਉਸ ਦੀ ਸਭ ਇੱਜ਼ਤ ਕਰਦੇ ਹਨ। ਪਰ ਝੂਠ ਰਾਤ ਦੇ ਹਨੇਰੇ ਵਾਂਗ ਕਾਲਾ ਹੈ ਜਿਸ ਵਿੱਚ ਕੋਈ ਰਾਹ ਨਹੀਂ ਲੱਭਦਾ। ਝੂਠਾ ਸਦਾ ਖੁਆਰ ਹੁੰਦਾ ਹੈ ਤੇ ਆਪ ਹੀ ਖੜੀਆਂ ਕੀਤੀਆਂ ਮੁਸੀਬਤਾਂ ਵਿੱਚ ਫਸਿਆ ਰਹਿੰਦਾ ਹੈ। ਝੂਠ ਦੇ ਪੈਰ ਨਹੀਂ ਹੁੰਦੇ ਕਿਉਂਕਿ ਝੂਠੇ ਨੂੰ ਇੱਕ ਝੂਠ ਨੂੰ ਲੁਕਾਉਣ ਲਈ ਕਈ ਹੋਰ ਝੂਠ ਕੱਢਣੇ ਪੈਂਦੇ ਹਨ, ਪਰ ਫਿਰ ਵੀ ਉਹਦਾ ਝੂਠ ਜ਼ਾਹਿਰ ਹੋ ਜਾਂਦਾ ਹੈ। ਝੂਠੇ ਉੱਪਰ ਕੋਈ ਵਿਸ਼ਵਾਸ ਨਹੀਂ ਕਰਦਾ। ਝੂਠੇ ਨੂੰ ਹਰ ਥਾਂ ਬਦਨਾਮੀ ਮਿਲਦੀ ਹੈ। ਇਸ ਲਈ ਝੂਠ ਨਹੀਂ ਬੋਲਣਾ ਚਾਹੀਦਾ। ਇੱਕ ਵਾਰੀ ਦੀ ਗੱਲ ਹੈ ਕਿ ਕਾਜੜੀ ਆਪਣੀਆਂ ਭੇਡਾਂ ਪਿੰਡੋਂ ਬਾਹਰ ਚਾਰਨ ਲਈ ਲੈ ਜਾਂਦਾ ਹੁੰਦਾ ਸੀ। ਸਾਰਾ ਦਿਨ ਵਿਹਲਾ ਰਹਿਣ ਕਰਕੇ ਸ਼ਰਾਰਤਾਂ ਸੋਚਦਾ ਰਹਿੰਦਾ ਸੀ। ਇੱਕ ਦਿਨ ਐਵੇਂ ਝੂਠ ਮੂਠ ਸੰਗ ਪਾੜ ਕੇ ਉਹ ਰੋਲਾ ਪਾਉਣ ਲੱਗ ਪਿਆ, ਭੱਜ ਕੇ ਆਇਓ, ਬਘਿਆੜ ਆ ਪਿਆ ਜੇ, ਆਓ ਮੈਨੂੰ ਜਲਦੀ ਬਚਾਓ। ਲੋਕ ਇਹਦੀਆਂ ਟਾਰਾਂ ਸੁਣ ਕੇ ਕਾਲੀ ਕਾਲੀ ਵਿੱਚ ਜੋ ਕੁਝ ਵੀ ਹੱਥ ਵਿੱਚ ਆਇਆ ਲੈ ਕੇ ਇਹਦੇ ਮਦਦ ਲਈ ਭੱਜੇ ਆਏ। ਆਜੜੀ ਇਹਨਾਂ ਨੂੰ ਹਫੜਾ ਦਫੜੀ ਤੇ ਵਾਹੋ ਦਾਈ ਭੱਜੇ ਆਉਂਦਿਆਂ ਵੇਖ ਕੇ ਖਿੜਖੜਾ ਕੇ ਹੱਸ ਪਿਆ। ਉਹਨੂੰ ਦੰਦੀਆਂ ਕੱਢਦੇ ਵੇਖ ਕੇ ਬੜਾ ਗੁੱਸਾ ਆਇਆ। ਉਹਨੂੰ ਝੂਠ ਰੋਲਾ ਪਾਉਣ ਤੇ ਸ਼ਰਮਿੰਦਿਆਂ ਕਰਕੇ ਵਾਪਸ ਮੁੜ ਗਏ। ਇੱਕ ਦਿਨ ਸੱਚਮੁੱਚ ਹੀ ਬਘਿਆੜ ਆ ਗਿਆ। ਉਹ ਆਜੜੀ ਲੱਗਾ ਉੱਚੀ ਉੱਚੀ ਕੁਰਲਾਣ, ਪਰ ਕਿਸੇ ਨੇ ਉਹਦੇ ਵੱਲ ਧਿਆਨ ਤੱਕ ਨਾ ਦਿੱਤਾ। ਉਹਨਾਂ ਸਮਝਿਆ ਉਹ ਫਿਰ ਉਹਨਾਂ ਨਾਲ ਮਖੌਲ ਕਰ ਰਿਹਾ ਹੈ। ਬਘਿਆੜ ਨੇ ਕਈ ਭੇਡਾਂ ਮਾਰ ਸੁੱਟੀਆਂ ਤੇ ਆਜੜੀ ਨੇ ਉੱਥੋਂ ਭੱਜ ਕੇ ਜਾਨ ਬਚਾਈ। ਜੇ ਉਹਨੇ ਝੂਠ ਨਾ ਬੋਲਿਆ ਹੁੰਦਾ ਤਾਂ ਉਹਦਾ ਇਤਨਾ ਨੁਕਸਾਨ ਨਾ ਹੁੰਦਾ। ਸਾਡੇ ਫਰਜ਼। ਪਿਛਲੇ ਪਾਠਾਂ ਤੋਂ ਅਸੀਂ ਇਹ ਜਾਣ ਲਿਆ ਹੈ ਕਿ ਸਾਨੂੰ ਕੀ ਕਰਨਾ ਚਾਹੀਦਾ ਹੈ ਤੇ ਕੀ ਨਹੀਂ ਕਰਨਾ ਚਾਹੀਦਾ। ਜੋ ਕੁਝ ਵੀ ਅਸੀਂ ਸਮਝਦੇ ਹਾਂ ਸਾਨੂੰ ਕਰਨਾ ਚਾਹੀਦਾ ਹੈ, ਸਾਡਾ ਫਰਜ਼ ਬਣ ਜਾਂਦਾ ਹੈ। ਇਸ ਫਰਜ਼ ਦਾ ਦੂਜਾ ਨਾਮ ਧਰਮ ਹੈ। ਆਪਣੇ ਧਰਮ ਨੂੰ ਪਾਲਣ ਦਾ ਅਰਥ ਹੈ ਆਪਣੇ ਫਰਜ਼ ਨੂੰ ਪੂਰਾ ਕਰਨਾ। ਜਦੋਂ ਅਸੀਂ ਆਪਣਾ ਫਰਜ਼ ਪਛਾਣ ਲਈਏ ਤਾਂ ਉਸ ਨੂੰ ਪੂਰਾ ਕਰਨ ਲਈ ਪੂਰੀ ਵਾਹ ਲਾ ਦੇਣੀ ਚਾਹੀਦੀ ਹੈ। ਆਪਣੇ ਫਰਜ਼ ਨੂੰ ਪੂਰੀ ਤਰ੍ਹਾਂ ਨਿਭਾਉਣਾ ਹੀ ਜੀਵਨ ਦੀ ਕਾਮਯਾਬੀ ਹੈ। ਪਰਮਾਤਮਾ ਵੱਲ ਸਾਡਾ ਫਰਜ਼ ਇਹ ਹੈ ਕਿ ਉਹਨੂੰ ਸਦਾ ਯਾਦ ਰੱਖੀਏ ਤੇ ਉਹਦੀਆਂ ਦਿੱਤੀਆਂ ਹੋਈਆਂ ਦਾਤਾਂ ਨੂੰ ਚੰਗੀ ਤਰ੍ਹਾਂ ਵਰਤੀਏ। ਸਾਡਾ ਆਪਣੇ ਆਪ ਵੱਲ ਇਹ ਫਰਜ਼ ਹੈ ਕਿ ਅਸੀਂ ਆਪਣੇ ਸਰੀਰ ਨੂੰ ਪੂਰੀ ਤਰ੍ਹਾਂ ਤੰਦਰੁਸਤ ਰੱਖਣ ਦੀ ਕੋਸ਼ਿਸ਼ ਕਰੀਏ। ਸਾਡਾ ਆਪਣੇ ਮਾਤਾ ਪਿਤਾ ਵੱਲ ਇਹ ਫਰਜ਼ ਹੈ ਕਿ ਅਸੀਂ ਉਹਨਾਂ ਦਾ ਹੁਕਮ ਸਿਰ ਮੱਥੇ ਤੇ ਮੰਨੀਏ ਤੇ ਉਹਨਾਂ ਦੀ ਸੇਵਾ ਕਰੀਏ। ਸਾਡਾ ਆਪਣੇ ਅਧਿਆਪਕਾਂ ਵੱਲ ਇਹ ਫਰਜ਼ ਹੈ ਕਿ ਅਸੀਂ ਉਹਨਾਂ ਦਾ ਬੜਾ ਸਤਿਕਾਰ ਕਰੀਏ ਤੇ ਉਹਨਾਂ ਦੇ ਦੱਸੇ ਹੋਏ ਪੂਰਨਿਆਂ ਉੱਪਰ
ਚੱਲੀਏ। ਸਾਡਾ ਆਪਣੇ ਧਰਮ ਅਤੇ ਦੇਸ਼ ਲਈ ਇਹ ਫਰਜ਼ ਹੈ ਕਿ ਅਸੀਂ ਇਹਨਾਂ ਦੋਹਾਂ ਦੀ ਖਾਤਰ ਆਪਣਾ ਸਭ ਕੁਝ ਵਾਰ ਦਈਏ। ਸਾਡਾ ਇਹ ਫਰਜ਼ ਹੈ ਕਿ ਹਰ ਲੋੜਵੰਦ ਦੀ ਜਿੱਥੋਂ ਤੱਕ ਹੋ ਸਕੇ ਮਦਦ ਕਰੀਏ। ਸਾਡਾ ਇਹ ਫਰਜ਼ ਹੈ ਕਿ ਆਪਣੇ ਤੋਂ ਵੱਡਿਆਂ ਦੀ ਇੱਜ਼ਤ ਕਰੀਏ ਅਤੇ ਆਪਣੇ ਤੋਂ ਛੋਟਿਆਂ ਨਾਲ ਪਿਆਰ ਕਰੀਏ। ਸਾਡਾ ਇਹ ਫਰਜ਼ ਹੈ ਕਿ ਹਰ ਇੱਕ ਨਾਲ ਚੰਗਾ ਸਲੂਕ ਕਰੀਏ। ਇੱਕ ਵਾਰ ਇਟਲੀ ਦੇ ਮਸ਼ਹੂਰ ਸ਼ਹਿਰ ਰੋਮ ਵਿੱਚ ਬੜੀ ਸਖਤ ਬਿਮਾਰੀ ਫੈਲ ਗਈ। ਇਸ ਨਾਲ ਬਹੁਤ ਸਾਰੇ ਲੋਕ ਮਰ ਗਏ। ਹਾਲੇ ਇਸ ਮੁਸੀਬਤ ਦਾ ਅਸਰ ਦੂਰ ਨਹੀਂ ਹੋਇਆ ਸੀ ਕਿ ਉੱਥੇ ਇੱਕ ਬੜਾ ਭਾਰੀ ਭੂਚਾਲ ਆਇਆ, ਜਿਸ ਨਾਲ ਸ਼ਹਿਰ ਹੋਰ ਵੀ ਬਰਬਾਦ ਹੋ ਗਿਆ ਅਤੇ ਸ਼ਹਿਰ ਦੇ ਵਿਚਕਾਰ ਧਰਤੀ ਫਟ ਜਾਣ ਨਾਲ ਇੱਕ ਵੱਡਾ ਸਾਰਾ ਪਾੜ ਪੈ ਗਿਆ। ਸਿਆਣਿਆਂ ਪਾਸੋਂ ਇਸ ਦਾ ਇਲਾਜ ਪੁੱਛਿਆ ਗਿਆ। ਉਹਨਾਂ ਨੇ ਦੱਸਿਆ ਕਿ ਜੇ ਉਸ ਚੀਜ਼ ਦੀ ਬਲੀ ਦਿੱਤੀ ਜਾਏ ਜਿਹੜੀ ਦੇਸ਼ ਨੂੰ ਬਹੁਤ ਪਿਆਰ ਹੋਵੇ ਤਾਂ ਇਹ ਪਾੜ ਫੇਰ ਮਿਲ ਸਕਦਾ ਹੈ। ਜਦ ਇਹ ਗੱਲ ਸ਼ਹਿਰ ਦੇ ਵੱਡੇ ਜਰਨੈਲ ਨੇ ਸੁਣੀ ਤਾਂ ਉਹਨੇ ਆਪਣੀ ਸੰਜੋ ਪਾਈ ਤੇ ਘੋੜੇ ਤੇ ਚੜਿਆ ਤੇ ਇਹ ਕਹਿੰਦਾ ਹੋਇਆ ਦੇਸ਼ ਦੀ ਸਭ ਤੋਂ ਪਿਆਰੀ ਚੀਜ਼ ਉਸਦਾ ਸਿਪਾਹੀ ਹੈ, ਉਹਨੇ ਟੋਏ ਵਿੱਚ ਛਾਲ ਮਾਰ ਦਿੱਤੀ। ਉਹਦੀ ਛਾਲ ਮਾਰਦਿਆਂ ਹੀ ਪਾੜ ਫਿਰ ਆਪਸ ਵਿੱਚ ਮਿਲ ਗਿਆ ਤੇ ਸ਼ਹਿਰ ਬਚ ਗਿਆ। ਆਪਣੇ ਦੇਸ਼ ਜਾਂ ਧਰਮ ਲਈ ਕੁਰਬਾਨੀ ਕਰਨੀ ਸਾਡਾ ਸਭ ਤੋਂ ਵੱਡਾ ਫਰਜ਼ ਹੈ। ਵਿਦਿਆ ਮਨੁੱਖ ਦਾ ਸਭ ਤੋਂ ਵੱਡਾ ਖਜ਼ਾਨਾ ਹੈ। ਵਿਦਿਆ ਨਾਲ ਸਾਡੇ ਜੀਵਨ ਵਿੱਚ ਖੇੜਾ ਆਉਂਦਾ ਹੈ। ਵਿਦਿਆ ਪ੍ਰਾਪਤ ਕਰਕੇ ਅਸੀਂ ਵਿਚਾਰਵਾਨ ਬਣਦੇ ਹਾਂ। ਇਸ ਨਾਲ ਅਸੀਂ ਭਲੇ ਬੁਰੇ ਦੀ ਪਰਖ ਕਰ ਸਕਦੇ ਹਾਂ ਅਤੇ ਆਪਣੇ ਆਚਰਣ ਨੂੰ ਚੰਗੇ ਰੂਪ ਵਿੱਚ ਢਾਲ ਸਕਦੇ ਹਾਂ। ਵਿਦਿਆ ਨਾਲ ਸਾਡੇ ਮਨ ਵਿੱਚ ਦੂਜਿਆਂ ਲਈ ਸਦਭਾਵਨਾ ਵੱਧਦੀ ਹੈ। ਪੜ੍ਹਾਈ ਲਿਖਾਈ ਵਿਦਿਆ ਦੀ ਪ੍ਰਾਪਤੀ ਦਾ ਸਾਧਨ ਹੈ, ਇਸ ਲਈ ਸਾਨੂੰ ਖੂਬ ਦਿਲ ਲਾ ਕੇ ਪੜ੍ਹਨਾ ਚਾਹੀਦਾ ਹੈ। ਹੋਰ ਚੀਜ਼ਾਂ ਤਾਂ ਵਰਤਣ ਨਾਲ ਘਟਦੀਆਂ ਹਨ, ਪਰ ਵਿਦਿਆ ਨੂੰ ਵਰਤੀਏ ਤਾਂ ਇਹ ਵੱਧਦੀ ਹੈ। ਪੜ੍ਹ ਲਿਖ ਕੇ ਅਸੀਂ ਜੀਵਨ ਵਿੱਚ ਹਰ ਤਰ੍ਹਾਂ ਉੱਨਤੀ ਕਰ ਸਕਦੇ ਹਾਂ, ਹਰ ਇੱਕ ਕਾਰੋਬਾਰ ਨੂੰ ਸਮਝ ਸਕਦੇ ਹਾਂ ਅਤੇ ਉਸ ਨੂੰ ਕਾਮਯਾਬੀ ਨਾਲ ਕਰ ਸਕਦੇ ਹਾਂ। ਮਹਾਂਪੁਰਖਾਂ ਦੀਆਂ ਪੁਸਤਕਾਂ ਦੁਆਰਾ ਜਾਂ ਉਹਨਾਂ ਦੀਆਂ ਆਪਣੀਆਂ ਲਿਖੀਆਂ ਹੋਈਆਂ ਪੁਸਤਕਾਂ ਪੜ੍ਹ ਕੇ ਅਸੀਂ ਆਪਣੇ ਗਿਆਨ ਵਿੱਚ ਵਾਧਾ ਕਰ ਸਕਦੇ ਹਾਂ। ਮਹਾਂਪੁਰਸ਼ਾਂ ਨੂੰ ਮਿਲਣਾ ਬੜਾ ਮੁਸ਼ਕਿਲ ਹੁੰਦਾ ਹੈ, ਪਰ ਉਹਨਾਂ ਦੀਆਂ ਪੁਸਤਕਾਂ ਰਾਹੀਂ ਉਹਨਾਂ ਦੇ ਉੱਤਮ ਵਿਚਾਰਾਂ ਨੂੰ ਸੁਣ ਸਕਦੇ ਹਾਂ, ਜਿਵੇਂ ਉਹਨਾਂ ਦੇ ਆਮੋ ਸਾਹਮਣੇ ਬੈਠੇ ਹਾਂ। ਇਸ ਤਰ੍ਹਾਂ ਅਸੀਂ ਪੁਸਤਕਾਂ ਰਾਹੀਂ ਬੜੀ ਉੱਚੀ ਅਤੇ ਆਦਰਸ਼ਕ ਸੰਗਤ ਪ੍ਰਾਪਤ ਕਰ ਸਕਦੇ ਹਾਂ। ਅਸੀਂ ਆਪਣੀਆਂ ਗੁੰਝਲਾਂ ਖੋਲ੍ਹ ਸਕਦੇ ਹਾਂ ਅਤੇ ਆਪਣੇ ਮਨ ਦੇ ਭਰਮ ਦੂਰ ਕਰ ਸਕਦੇ ਹਾਂ। ਫਿਰ ਸਾਡੇ ਲਈ ਕੋਈ ਗੱਲ ਵੀ ਔਖੀ ਨਹੀਂ ਰਹਿੰਦੀ। ਸਾਨੂੰ ਯਤਨ ਕਰਕੇ ਆਪਣੀ ਬੋਲੀ ਤੋਂ ਇਲਾਵਾ ਹੋਰ ਬੋਲੀਆਂ ਵੀ ਪੜ੍ਹਨੀਆਂ ਸਿੱਖਣੀਆਂ ਚਾਹੀਦੀਆਂ ਹਨ। ਅਸੀਂ ਘਰ ਬੈਠੇ ਹੀ ਕਿਤਾਬਾਂ ਰਾਹੀਂ ਹੋਰਨਾਂ ਮੁਲਕਾਂ ਅਤੇ ਲੋਕਾਂ ਨੂੰ ਜਾਣ ਕੇ ਆਪਣੇ ਦੇਸ਼ ਅਤੇ ਕੌਮ ਵਿੱਚ ਸੁਧਾਰ ਕਰ ਸਕਦੇ ਹਾਂ। ਇੱਕ ਰਾਜਾ ਸੀ। ਉਹ ਇੱਕ ਦਿਨ ਸ਼ਿਕਾਰ ਖੇਡਣ ਗਿਆ। ਇੱਕ ਹਿਰਨ ਦਾ ਪਿੱਛਾ ਕਰਦਾ ਕਰਦਾ ਉਹ ਜੰਗਲ ਵਿੱਚ ਰਸਤਾ ਭੁੱਲ ਗਿਆ। ਉੱਥੇ ਇੱਕ ਨਿੱਕੀ ਜਿਹੀ ਝੌਂਪੜੀ ਸੀ, ਜਿਸ ਵਿੱਚ 2 ਲੜਕੇ ਅਤੇ ਉਹਨਾਂ ਦਾ ਬੁੱਢਾ ਪਿਤਾ ਰਹਿੰਦਾ ਸੀ। ਇੱਕ ਰਾਜਾ ਸੀ। ਉਹ ਇੱਕ ਦਿਨ ਸ਼ਿਕਾਰ ਖੇਡਣ ਗਿਆ। ਇੱਕ ਹਿਰਨ ਦਾ ਪਿੱਛਾ ਕਰਦਾ ਕਰਦਾ ਉਹ ਜੰਗਲ ਵਿੱਚ ਰਸਤਾ ਭੁੱਲ ਗਿਆ। ਉੱਥੇ ਇੱਕ ਨਿੱਕੀ ਜਿਹੀ ਝੌਂਪੜੀ ਸੀ, ਜਿਸ ਵਿੱਚ 2 ਲੜਕੇ ਅਤੇ ਉਹਨਾਂ ਦਾ ਬੁੱਢਾ ਪਿਤਾ ਰਹਿੰਦਾ ਸੀ। ਉਹਨਾਂ ਦੀ ਥੋੜ੍ਹੀ ਜਿਹੀ ਜ਼ਮੀਨ ਸੀ, ਜਿਸ 'ਤੇ ਉਹ ਗੁਜ਼ਾਰਾ ਕਰਦੇ ਸਨ। ਜਦ ਰਾਜਾ ਝੌਂਪੜੀ ਨੂੰ ਵੇਖ ਕੇ ਉਸ ਅੰਦਰ ਗਿਆ ਤਾਂ ਕਿਸਾਨ ਦੇ ਦੋਹਾਂ ਲੜਕਿਆਂ ਨੇ ਰਾਜੇ ਦਾ ਬਹੁਤ ਚੰਗੀ ਤਰ੍ਹਾਂ ਸਵਾਗਤ ਕੀਤਾ ਅਤੇ ਬੜੀ ਟਹਿਲ ਸੇਵਾ ਕੀਤੀ। ਰਾਜਾ ਉਹਨਾਂ 'ਤੇ ਬਹੁਤ ਖੁਸ਼ ਹੋਇਆ ਅਤੇ ਉਹਨਾਂ ਦੋਹਾਂ ਮੁੰਡਿਆਂ ਨੂੰ ਕੋਈ ਇੱਕ ਚੀਜ਼ ਮੰਗਣ ਲਈ ਕਿਹਾ। ਵੱਡੇ ਲੜਕੇ ਨੇ ਰਾਜੇ ਕੋਲੋਂ ਧਨ ਦੀ ਮੰਗ ਕੀਤੀ। ਛੋਟਾ ਲੜਕਾ ਸਿਆਣਾ ਸੀ। ਉਸਨੇ ਕਿਹਾ ਉਹਨੂੰ ਵਿੱਦਿਆ ਪੜ੍ਹਾਈ ਜਾਏ। ਵੱਡੇ ਨੂੰ ਰਾਜੇ ਨੇ ਉਸ ਦੀ ਇੱਛਾ ਅਨੁਸਾਰ ਬਹੁਤ ਧਨ ਦਿੱਤਾ, ਪਰ ਦੂਜੇ ਨੂੰ ਪੜ੍ਹਾਉਣ ਲਈ ਇੱਕ ਉਸਤਾਦ ਰੱਖ ਦਿੱਤਾ। ਉਹ ਆਪਣੀ ਸਿਆਣਪ ਨਾਲ ਥੋੜ੍ਹੇ ਸਮੇਂ ਵਿੱਚ ਹੀ ਬੜਾ ਵਿਦਵਾਨ ਬਣ ਗਿਆ ਅਤੇ ਰਾਜੇ ਨੇ ਉਸਨੂੰ ਆਪਣਾ ਵਜ਼ੀਰ ਬਣਾ ਲਿਆ। ਵੱਡੇ ਲੜਕੇ ਦਾ ਸਾਰਾ ਪੈਸਾ ਹੌਲੀ ਹੌਲੀ ਖਤਮ ਹੋ ਗਿਆ ਅਤੇ ਆਖਰ ਉਹ ਕੰਗਾਲ ਹੋ ਗਿਆ। ਧਨ ਖਤਮ ਹੋ ਜਾਂਦਾ ਹੈ, ਪਰ ਵਿੱਦਿਆ ਹਮੇਸ਼ਾ ਸਾਡੇ ਨਾਲ ਰਹਿੰਦੀ ਹੈ। ਘਰ ਅਤੇ ਸਕੂਲ। ਸਾਡੇ ਜੀਵਨ ਦੀ ਉਸਾਰੀ 2 ਥਾਵਾਂ 'ਤੇ ਹੁੰਦੀ ਹੈ, ਇੱਕ ਘਰ ਵਿੱਚ ਅਤੇ ਦੂਜੇ ਸਕੂਲ ਵਿੱਚ। ਘਰ ਅਸੀਂ ਆਪਣੇ ਮਾਤਾ ਪਿਤਾ ਕੋਲੋਂ ਸਿੱਖਿਆ ਲੈਂਦੇ ਹਾਂ। ਸਕੂਲ ਵਿੱਚ ਸਾਨੂੰ ਅਧਿਆਪਕ ਸਿੱਖਿਆ ਦਿੰਦੇ ਹਨ। ਸਾਡੇ ਮਾਤਾ ਪਿਤਾ ਸਾਨੂੰ ਪਿਆਰ ਕਰਦੇ ਹਨ, ਸਾਡੇ ਸੁੱਖ ਲਈ ਕੋਈ ਕਸਰ ਨਹੀਂ ਛੱਡਦੇ, ਸਾਡੀਆਂ ਲੋੜਾਂ ਨੂੰ ਤੁਰੰਤ ਪੂਰਾ ਕਰਨ ਦੀ ਕੋਸ਼ਿਸ਼ ਕਰਦੇ ਹਨ। ਆਪਣੇ ਮਨ ਵਿੱਚ ਸਦਾ ਇਹ ਇੱਛਾ ਰੱਖਦੇ ਹਨ ਕਿ ਅਸੀਂ ਹੋਣਹਾਰ ਬਣੀਏ, ਫਲੀਏ ਫੁੱਲੀਏ, ਉਹਨਾਂ ਦਾ, ਆਪਣੇ ਦੇਸ਼ ਦਾ ਅਤੇ ਆਪਣੀ ਕੌਮ ਦਾ ਸਿਰ ਉੱਚਾ ਕਰੀਏ। ਉਹ ਸਾਨੂੰ ਸਿੱਖਿਆ ਦਿੰਦੇ ਹਨ ਕਿ ਕਦੀ ਗੁੱਸੇ ਵਿੱਚ ਨਹੀਂ ਆਉਣਾ ਚਾਹੀਦਾ। ਦੂਜੇ ਦੀ ਗਲਤੀ ਨੂੰ ਮੁਆਫ ਕਰ ਦੇਣਾ ਉੱਚੇ ਆਚਰਣ ਦੀ ਨਿਸ਼ਾਨੀ ਹੈ। ਲੋੜਵੰਦ ਦੀ ਲੋੜ ਪੂਰੀ ਕਰਨ ਨਾਲ ਅਸੀਂ ਦਿਲੀ ਖੁਸ਼ੀ ਹਾਸਲ ਕਰਦੇ ਹਾਂ। ਘਰੋਂ ਕੋਈ ਚੀਜ਼ ਨਹੀਂ ਚੁਰਾਉਣੀ ਚਾਹੀਦੀ ਅਤੇ ਫਜ਼ੂਲ ਖਰਚੀ ਬਿਲਕੁਲ ਨਹੀਂ ਕਰਨੀ ਚਾਹੀਦੀ। ਕਦੇ ਇੱਕ ਦੂਜੇ ਦੀ ਸ਼ਿਕਾਇਤ ਨਹੀਂ ਲਾਉਣੀ ਚਾਹੀਦੀ ਅਤੇ ਨਾ ਹੀ ਕਿਸੇ ਦੇ ਮਾਮਲੇ ਵਿੱਚ ਦਖਲ ਦੇਣਾ ਚਾਹੀਦਾ ਹੈ। ਮਿਹਨਤ ਕਰਨ ਤੋਂ ਕਦੇ ਵੀ ਜੀ ਨਹੀਂ ਚੁਰਾਉਣਾ ਚਾਹੀਦਾ। ਆਪਣੇ ਭੈਣ ਭਰਾਵਾਂ ਨਾਲ ਬੜੇ ਪਿਆਰ ਨਾਲ ਰਹਿਣਾ ਚਾਹੀਦਾ ਹੈ। ਵੇਲੇ ਸਿਰ ਪੜ੍ਹਨਾ ਅਤੇ ਵੇਲੇ ਸਿਰ ਖੇਡਣਾ ਚਾਹੀਦਾ ਹੈ। ਬੁਰੀ ਸੰਗਤ ਵਿੱਚ ਕਦੇ ਨਹੀਂ ਬੈਠਣਾ ਚਾਹੀਦਾ।
ਜੂਆ ਖੇਡਣਾ ਤੇ ਸ਼ਰਾਬ ਪੀਣੀ ਵੱਡੇ ਐਬ ਹਨ, ਇਹਨਾਂ ਦੇ ਕਦੇ ਨੇੜੇ ਨਹੀਂ ਜਾਣਾ ਚਾਹੀਦਾ ਹੈ। ਅਧਿਆਪਕ ਸਾਨੂੰ ਪੜ੍ਹਨਾ ਲਿਖਣਾ ਸਿਖਾਉਂਦੇ ਹਨ, ਸਾਨੂੰ ਸਿੱਖਿਆ ਦਿੰਦੇ ਹਨ ਕਿ ਅਸੀਂ ਹਮੇਸ਼ਾ ਸੱਚ ਬੋਲੀਏ। ਘਰੋਂ ਸਕੂਲ ਨੂੰ ਤੁਰਨ ਲੱਗਿਆਂ ਆਪਣੇ ਮਾਤਾ ਪਿਤਾ ਨੂੰ ਮੱਥਾ ਟੇਕੀਏ ਤੇ ਉਹਨਾਂ ਦੀਆਂ ਅਸੀਸਾਂ ਲਈਏ। ਸਿੱਧੇ ਸਕੂਲ ਜਾਈਏ ਤੇ ਰਾਹ ਵਿੱਚ ਇੱਧਰ ਉੱਧਰ ਵਿਅਰਥ ਨਾ ਘੁੰਮੀਏ। ਆਪਣੇ ਕੱਪੜੇ, ਕਿਤਾਬਾਂ, ਕਾਪੀਆਂ ਸਾਫ਼ ਸੁਥਰੀਆਂ ਰੱਖੀਏ। ਆਪਣੇ ਨਹੁੰ ਕੱਟ ਕੇ ਰੱਖੀਏ ਤੇ ਉਹਨਾਂ ਨੂੰ ਮੂੰਹ ਨਾਲ ਕਦੇ ਨਾ ਟੁਕੀਏ। ਜਮਾਤ ਵਿੱਚ ਅਦਬ ਨਾਲ ਬੈਠੀਏ ਤੇ ਕਦੀ ਕਿਸੇ ਨੂੰ ਗਾਲ ਨਾ ਕੱਢੀਏ। ਪੜ੍ਹਨ ਤੋਂ ਪਿੱਛੋਂ ਖੇਡਾਂ ਵਿੱਚ ਹਿੱਸਾ ਜ਼ਰੂਰ ਲਈਏ, ਕਿਉਂਕਿ ਖੇਡਣ ਨਾਲ ਤੰਦਰੁਸਤੀ ਕਾਇਮ ਰਹਿੰਦੀ ਹੈ। ਔਕੜਾਂ ਸਾਹਮਣੇ ਕਦੇ ਨਾ ਘਬਰਾਈਏ। ਤੋਤੇ ਵਾਂਗ ਰੱਟਾ ਲਾਉਣ ਦੀ ਥਾਂ ਸੋਚ ਸਮਝ ਕੇ ਪੜ੍ਹੀਏ। ਨਾ ਸਭ ਨਾਲ ਜੀ ਕਰਕੇ ਤੇ ਨਿਮਰਤਾ ਨਾਲ ਰਹੀਏ। ਚੰਗੀਆਂ ਚੰਗੀਆਂ ਕਿਤਾਬਾਂ ਪੜ੍ਹੀਏ। ਅਮੀਰੀ ਗਰੀਬੀ ਦਾ ਖਿਆਲ ਨਾ ਕਰੀਏ ਤੇ ਸਦਾ ਆਜ਼ਾਦੀ ਅਤੇ ਨਿਡਰਤਾ ਨਾਲ ਜੀਵੀਏ। ਇਸ ਲਈ ਸਾਨੂੰ ਆਪਣੇ ਮਾਤਾ ਪਿਤਾ ਤੇ ਅਧਿਆਪਕਾਂ ਦਾ ਬੜਾ ਸਤਿਕਾਰ ਕਰਨਾ ਚਾਹੀਦਾ ਹੈ। ਉਹਨਾਂ ਅੱਗੇ ਕਦੀ ਨਹੀਂ ਉੱਚਾ ਬੋਲਣਾ ਚਾਹੀਦਾ। ਉਹਨਾਂ ਦੀ ਸਿੱਖਿਆ ਨੂੰ ਬੜੇ ਧਿਆਨ ਨਾਲ ਸੁਣਨਾ ਤੇ ਮੰਨਣਾ ਚਾਹੀਦਾ ਹੈ। ਕਦੇ ਵੀ ਉਹਨਾਂ ਦੇ ਆਖੇ ਦੇ ਵਿਰੁੱਧ ਨਹੀਂ ਜਾਣਾ ਚਾਹੀਦਾ, ਕਿਉਂਕਿ ਉਹਨਾਂ ਦੇ ਆਖੇ ਲੱਗਣ ਨਾਲ ਹੀ ਅਸੀਂ ਚੰਗੀਆਂ ਗੱਲਾਂ ਸਿੱਖ ਸਕਦੇ ਹਾਂ। ਇੱਕ ਜੰਗਲ ਵਿੱਚ ਬੜਾ ਸੁੰਦਰ ਸਰੋਵਰ ਸੀ। ਉਸ ਲਾਗੇ ਇੱਕ ਬੱਤਖ ਰਹਿੰਦੀ ਹੁੰਦੀ ਸੀ। ਇੱਕ ਵਾਰ ਉਸਨੇ ਆਂਡੇ ਦਿੱਤੇ। ਸਾਰੇ ਆਂਡਿਆਂ ਵਿੱਚੋਂ ਬੱਤਖਾਂ ਨਿਕਲੀਆਂ, ਪਰ ਇੱਕ ਆਂਡੇ ਵਿੱਚੋਂ ਕੁੱਕੜੀ ਦਾ ਚੂਚਾ ਨਿਕਲਿਆ। ਬੱਤਖ ਆਪਣੇ ਬੱਚਿਆਂ ਨੂੰ ਇੱਕੋ ਜਿਹਾ ਪਿਆਰ ਕਰਦੀ ਸੀ, ਪਰ ਉਹ ਜਾਣਦੀ ਸੀ ਕਿ ਚੂਚਾ ਪਾਣੀ ਵਿੱਚ ਬੱਤਖਾਂ ਵਾਂਗ ਨਹੀਂ ਤਰ ਸਕਦਾ, ਸੋ ਉਹਨੇ ਚੂਚੇ ਨੂੰ ਪਾਣੀ ਲਾਗੇ ਜਾਣੋਂ ਬਿਲਕੁਲ ਵਰਜ ਦਿੱਤਾ। ਰੋਜ਼ ਜਦੋਂ ਦੁਪਹਿਰ ਹੁੰਦੀ ਤਾਂ ਬੱਤਖ ਚੂਚੇ ਤੇ ਸਵਾਰ ਸਾਰੇ ਬੱਚਿਆਂ ਨੂੰ ਤਰਨ ਲਈ ਸਰੋਵਰ ਵਿੱਚ ਲੈ ਜਾਂਦੀ। ਸਾਰੇ ਜਣੇ ਪਾਣੀ ਵਿੱਚ ਖੂਬ ਤਾਰੀਆਂ ਲਾਉਂਦੇ ਤੇ ਮੌਜਾਂ ਕਰਦੇ, ਪਰ ਚੂਚਾ ਬੜਾ ਉਦਾਸ ਚਿੱਤ ਹੋ ਕੇ ਕੰਢੇ ਕੋਲ ਖੜਾ ਉਹਨਾਂ ਦਾ ਤਮਾਸ਼ਾ ਵੇਖਦਾ ਰਹਿੰਦਾ ਤੇ ਮਾਂ ਤੋਂ ਡਰਦਾ ਪਾਣੀ ਵਿੱਚ ਨਾ ਜਾਂਦਾ। ਇੱਕ ਦਿਨ ਉਹਨੇ ਸੋਚਿਆ, ਬੱਤਖਾਂ ਵਾਂਗ ਮੇਰੇ ਪੈਰ ਹਨ, ਪੰਜੇ ਹਨ ਤੇ ਮੇਰੀ ਸ਼ਕਲ ਵੀ ਉਹਨਾਂ ਨਾਲ ਹੂ ਬਹੂ ਮਿਲਦੀ ਏ। ਪਤਾ ਨਹੀਂ ਮੇਰੀ ਮਾਂ ਮੈਨੂੰ ਤਰਨ ਕਿਉਂ ਨਹੀਂ ਦਿੰਦੀ। ਮੈਂ ਵੀ ਜ਼ਰੂਰ ਤਾਰੀ ਲਾ ਕੇ ਹੀ ਛੱਡਾਂਗਾ। ਸੋ ਅਗਲੇ ਦਿਨ ਸਵੇਰੇ ਜਦ ਬਾਕੀ ਸਭ ਬੱਚੇ ਆਪਣੇ ਘਰ ਲਾਗੇ ਖੇਡ ਰਹੇ ਸਨ ਤਾਂ ਉਹ ਅੱਖ ਬਚਾ ਕੇ ਸਰੋਵਰ ਵੱਲ ਤੁਰ ਪਿਆ। ਉੱਥੇ ਜਾ ਕੇ ਉਹਨੇ ਅੱਗਾ ਪਿੱਛਾ ਵੇਖੇ ਬਿਨਾਂ ਹੀ ਪਾਣੀ ਵਿੱਚ ਜਾ ਛਾਲ ਮਾਰੀ ਤੇ ਬੱਤਖਾਂ ਵਾਂਗ ਤਰਨ ਦੀ ਕੋਸ਼ਿਸ਼ ਕਰਨ ਲੱਗ ਪਿਆ। ਹਾਲੀ ਉਹ ਥੋੜ੍ਹੀ ਦੂਰ ਹੀ ਗਿਆ ਸੀ ਕਿ ਗੋਤੇ ਖਾਣ ਲੱਗ ਪਿਆ। ਘਬਰਾ ਕੇ ਉਹਨੇ ਪਿੱਛੇ ਮੁੜਨ ਦੀ ਕੋਸ਼ਿਸ਼ ਕੀਤੀ। ਬੜਾ ਚੀਕ ਝਾੜਾ ਪਾਇਆ, ਪਰ ਹੁਣ ਉਹ ਅੱਗੇ ਨਾ ਜਾ ਸਕਦਾ ਸੀ ਤੇ ਨਾ ਪਿੱਛੇ। ਜਦ ਉਹਦੇ ਰੋਲੇ ਦੀ ਆਵਾਜ਼ ਬੱਤਖ ਦੇ ਕੰਨੀ ਪਈ ਤਾਂ ਉਹਨੂੰ ਬਚਾਉਣ ਲਈ ਉਹ ਉੱਠ ਨੱਠੀ, ਪਰ ਉਹਦੇ ਪਹੁੰਚਦਿਆਂ ਹੀ ਚੂਚਾ ਡੁੱਬ ਚੁੱਕਾ ਸੀ। ਇਹ ਕਹਾਣੀ ਦੱਸਦੀ ਹੈ ਕਿ ਸਾਨੂੰ ਆਪਣੇ ਮਾਤਾ ਪਿਤਾ ਦੇ ਆਖੇ ਲੱਗਣਾ ਚਾਹੀਦਾ ਹੈ। ਉੱਤਮ ਜੀਵਨ। ਬਨਵਾਸ ਦੇ ਦਿਨਾਂ ਵਿੱਚ ਇੱਕ ਵਾਰ ਪੰਜੇ ਪਾਂਡੂ ਭਰਾ ਫਿਰਦੇ ਫਰਾਂਦੇ ਆਪਣੇ ਪਿਆਸ ਨਾਲ ਵਿਆਕੁਲ ਹੋਏ ਇੱਕ ਜੰਗਲ ਵਿੱਚ ਜਾ ਨਿਕਲੇ। ਯੁਧਿਸ਼ਠਰ ਨੇ ਆਪਣੇ ਸਭ ਤੋਂ ਛੋਟੇ ਭਰਾ ਨਕੁਲ ਨੂੰ ਕਿਹਾ ਕਿ ਇੱਕ ਉੱਚੇ ਰੁੱਖ ਤੇ ਚੜ੍ਹ ਕੇ ਵੇਖੇ ਜੇ ਕਿਤੇ ਨੇੜੇ ਤੇੜੇ ਪਾਣੀ ਦਿਸ ਪਵੇ। ਨਕੁਲ ਨੇ ਰੁੱਖ ਤੇ ਚੜ੍ਹ ਕੇ 4 ਚੁਫੇਰੇ ਵੇਖਿਆ ਤਾਂ ਉਹਨੂੰ ਕੁਝ ਦੂਰ ਪਾਣੀ ਦਾ ਇੱਕ ਸਰੋਵਰ ਦਿਸਿਆ। ਉਹ ਆਪਣੇ ਭਰਾਵਾਂ ਲਈ ਪਾਣੀ ਲੈਣ ਉੱਧਰ ਤੁਰ ਪਿਆ। ਜਦੋਂ ਸਰੋਵਰ ਦੇ ਲਾਗੇ ਪਹੁੰਚਿਆ ਤਾਂ ਉਹਨੇ ਪਾਣੀ ਪੀਣ ਲਈ ਹੱਥ ਅੱਗੇ ਵਧਾਇਆ। ਉੱਥੋਂ ਆਵਾਜ਼ ਆਈ, ਠਹਿਰ ਜਾ, ਪਾਣੀ ਪੀਣ ਤੋਂ ਪਹਿਲਾਂ ਤੈਨੂੰ ਮੇਰੇ ਸਵਾਲਾਂ ਦਾ ਉੱਤਰ ਦੇਣਾ ਪਵੇਗਾ। ਨਕੁਲ ਬੜਾ ਪਿਆਸਾ ਸੀ। ਉਹਨੇ ਆਵਾਜ਼ ਦੀ ਜ਼ਰਾ ਵੀ ਪਰਵਾਹ ਨਾ ਕੀਤੀ ਤੇ ਗਟਾਗਟ ਪਾਣੀ ਚਾੜ ਗਿਆ। ਪਾਣੀ ਪੀਂਦਿਆਂ ਹੀ ਉਹ ਮੂਰਛਾ ਖਾ ਕੇ ਡਿੱਗ ਪਿਆ। ਜਦ ਨਕੁਲ ਕਾਫੀ ਦੇਰ ਤੱਕ ਵਾਪਸ ਨਾ ਮੁੜਿਆ ਤਾਂ ਯੁਧਿਸ਼ਠਰ ਨੇ ਸਹਿਦੇਵ ਨੂੰ ਉਸਦੇ ਬਾਰੇ ਪਤਾ ਕਰਨ ਲਈ ਭੇਜਿਆ। ਸਹਿਦੇਵ ਨੂੰ ਵੀ ਸਰੋਵਰ ਲਾਗਿਓਂ ਉਹੀ ਆਵਾਜ਼ ਆਈ। ਉਹਨੇ ਵੀ ਪਾਣੀ ਪੀਣ ਦੀ ਕੀਤੀ ਤੇ ਨਾਲ ਹੀ ਨਕੁਲ ਵਾਂਗ ਮੂਰਛਾ ਖਾ ਕੇ ਡਿੱਗ ਪਿਆ। ਇਹੋ ਹੀ ਹਾਲ ਅਰਜੁਨ ਦਾ ਹੋਇਆ। ਆਖਰ ਯੁਧਿਸ਼ਠਰ ਨੇ ਚਿੰਤਾ ਤੇ ਪਿਆਸ ਤੋਂ ਤੰਗ ਆ ਕੇ ਭੀਮ ਨੂੰ ਸਰੋਵਰ ਵੱਲ ਭੇਜਿਆ। ਆਪਣੇ ਮਰੇ ਪਏ ਭਰਾਵਾਂ ਵੱਲ ਵੇਖ ਕੇ ਭੀਮ ਨੂੰ ਬੜਾ ਕ੍ਰੋਧ ਆਇਆ, ਪਰ ਉਹਨੇ ਸੋਚਿਆ ਪਹਿਲਾਂ ਆਪਣੀ ਪਿਆਸ ਬੁਝਾ ਲਵਾਂ, ਫਿਰ ਮੈਂ ਆਪਣੇ ਭਰਾਵਾਂ ਦੇ ਘਾਤਕ ਨੂੰ ਸਿੱਝ ਲੈਂਦਾ ਹਾਂ। ਜਦੋਂ ਪਾਣੀ ਪੀਣ ਲੱਗਾ ਤਾਂ ਉਹਨੂੰ ਵੀ ਆਵਾਜ਼ ਆਈ, ਜੇ ਪਹਿਲਾਂ ਮੇਰੇ ਸਵਾਲਾਂ ਦਾ ਠੀਕ ਠੀਕ ਉੱਤਰ ਦੇਵੇਂਗਾ ਤਾਂ ਹੀ ਤੂੰ ਪਾਣੀ ਪੀ ਸਕਦਾ ਹੈ। ਭੀਮ ਨੇ ਕਿਹਾ, ਤੂੰ ਕੌਣ ਜੰਮਿਆ ਹੈ ਮੈਨੂੰ ਰੋਕਣ ਵਾਲਾ। ਇਹ ਕਹਿ ਕੇ ਉਹ ਦਬਾ ਦਬ ਪਾਣੀ ਪੀ ਗਿਆ, ਪਰ ਨਾਲ ਹੀ ਉਹਦੀਆਂ ਅੱਖਾਂ ਸਾਹਮਣੇ ਹਨੇਰਾ ਆ ਗਿਆ ਤੇ ਉਹ ਬੇਹੋਸ਼ ਹੋ ਕੇ ਆਪਣੇ ਭਰਾਵਾਂ ਲਾਗੇ ਥੱਲੇ ਡਿੱਗ ਪਿਆ। ਜਦ ਚੌਹਾਂ ਭਰਾਵਾਂ ਵਿੱਚੋਂ ਕੋਈ ਵੀ ਵਾਪਸ ਨਾ ਮੁੜਿਆ ਤਾਂ ਯੁਧਿਸ਼ਠਰ ਨੂੰ ਬੜੀ ਚਿੰਤਾ ਲੱਗੀ। ਉਹ ਵੀ ਘਬਰਾ ਕੇ ਸਰੋਵਰ ਵੱਲ ਤੁਰ ਪਿਆ। ਜਦ ਉਹਨੇ ਆਪਣੇ ਛੀ ਵਰਗੇ 4 ਬਹਾਦਰ ਯੋਧੇ ਮਰੇ ਪਏ ਵੇਖੇ ਤਾਂ ਉਹਦਾ ਮਨ ਭਰ ਆਇਆ ਤੇ ਉਹ ਬੜਾ ਵਿਰਲਾਪ ਕਰਨ ਲੱਗਾ, ਪਰ ਉਹ ਵੀ ਪਿਆਸ ਨਾਲ ਇਤਨਾ ਵਿਆਕੁਲ ਸੀ ਕਿ ਪਾਣੀ ਪੀਣ ਤੋਂ ਬਿਨਾਂ ਨਾ ਰਹਿ ਸਕਿਆ। ਜਦ ਉਹਨੇ ਆਪਣੇ ਪਾਣੀ ਪੀਣ ਲਈ ਹੱਥ ਅੱਗੇ ਵਧਾਇਆ ਤਾਂ ਪਹਿਲਾਂ ਵਾਂਗ ਫੇਰ ਆਵਾਜ਼ ਆਈ, ਜੇ ਤੂੰ ਮੇਰੀ ਗੱਲ ਨਾ ਸੁਣੀ ਤਾਂ ਤੇਰਾ ਵੀ ਉਹੀ ਹਾਲ ਹੋਏਗਾ ਜਿਹੜਾ ਤੇਰੇ ਭਰਾਵਾਂ ਦਾ ਹੋਇਆ ਹੈ। ਇਹ ਸਰੋਵਰ ਮੇਰਾ ਹੈ, ਤੂੰ ਇੱਥੋਂ ਪਾਣੀ ਤਦ ਹੀ ਪੀ ਸਕਦਾ ਹੈ ਜੇ ਤੂੰ ਮੇਰੇ ਸਵਾਲਾਂ ਦਾ ਠੀਕ ਠੀਕ ਉੱਤਰ ਦੇ ਦੇਵੇਂ। ਯੁਧਿਸ਼ਠਰ ਫੌਰਨ ਤਾੜ ਗਿਆ ਕਿ ਉਹਦੇ ਭਰਾਵਾਂ ਨਾਲ ਕੀ ਬਣੀ ਹੈ। ਉਹਨੇ ਬੜੀ ਨਿਮਰਤਾ ਨਾਲ ਪੁੱਛਿਆ, ਪੁੱਛੋ ਕੀ ਪੁੱਛਦੇ ਹੋ। ਆਵਾਜ਼ ਆਈ,
ਮਨੁੱਖ ਨੂੰ ਸਭ ਔਕੜਾਂ ਵਿੱਚ ਕੌਣ ਸਹਾਈ ਹੁੰਦਾ ਹੈ? ਯੁਧਿਸ਼ਟਰ ਨੇ ਜਵਾਬ ਦਿੱਤਾ, ਹੌਸਲਾ ਸਭ ਕਠਿਨਾਈਆਂ ਦੂਰ ਕਰ ਦਿੰਦਾ ਹੈ। ਆਵਾਜ਼, ਕਿਸ ਸ਼ਸਤਰ ਰਾਹੀਂ ਮਨੁੱਖ ਸੋਝੀਵਾਨ ਬਣ ਸਕਦਾ ਹੈ? ਸ਼ਸਤਰਾਂ ਨਾਲ ਨਹੀਂ, ਬਲਕਿ ਉੱਤਮ ਪੁਰਸ਼ਾਂ ਦੀ ਸੰਗਤ ਹੀ ਮਨੁੱਖ ਨੂੰ ਸੋਝੀਵਾਨ ਤੇ ਸਿਆਣਾ ਬਣਾਉਂਦੀ ਹੈ। ਆਵਾਜ਼, ਧਰਤੀ ਨਾਲੋਂ ਵੀ ਵੱਧ ਮਨੁੱਖ ਲਈ ਪਾਲਣਾ ਕੌਣ ਕਰਦਾ ਹੈ? ਯੁਧਿਸ਼ਟਰ, ਮਾਂ ਜੋ ਉਹਨੂੰ ਜਨਮ ਦਿੰਦੀ ਹੈ। ਆਵਾਜ਼, ਹਵਾ ਨਾਲੋਂ ਵੀ ਤੇਜ਼ ਕੌਣ ਹੈ? ਮਨੁੱਖ ਦਾ ਮਨ ਜੋ ਇੱਕ ਪਲ ਵਿੱਚ ਲੱਖਾਂ ਕਰੋੜ ਮੀਲ ਫਿਰ ਆਉਂਦਾ ਹੈ। ਆਵਾਜ਼, ਮੌਤ ਪਿੱਛੋਂ ਕਿਹੜੀ ਚੀਜ਼ ਮਨੁੱਖ ਦਾ ਸਾਥ ਦਿੰਦੀ ਹੈ? ਯੁਧਿਸ਼ਟਰ, ਕੇਵਲ ਧਰਮ। ਆਵਾਜ਼, ਖੁਸ਼ੀ ਕਿਸ ਤਰ੍ਹਾਂ ਮਿਲ ਸਕਦੀ ਹੈ? ਸ਼ੁਭ ਕਰਮ ਕਰਕੇ। ਅਮੀਰ ਕੌਣ ਹੈ? ਅਮੀਰ ਉਹ ਹੈ ਜਿਹੜਾ ਖਾਹਿਸ਼ਾਂ ਨੂੰ ਵਸ ਕਰ ਲਵੇ। ਆਵਾਜ਼, ਦੁਨੀਆ ਵਿੱਚ ਸਭ ਤੋਂ ਵੱਡਾ ਅਜੂਬਾ ਕਿਹੜਾ ਹੈ? ਯੁਧਿਸ਼ਟਰ, ਅਸੀਂ ਜਾਣਦੇ ਹਾਂ ਕਿ ਮੌਤ ਤੋਂ ਕੋਈ ਵੀ ਨਹੀਂ ਬਚ ਸਕਦਾ, ਫਿਰ ਵੀ ਅਸੀਂ ਸਦਾ ਜਿਉਂਦਾ ਰਹਿਣ ਦੀ ਕੋਸ਼ਿਸ਼ ਕਰਦੇ ਹਾਂ। ਇਹ ਸੁਣ ਕੇ ਆਵਾਜ਼ ਨੇ ਕਿਹਾ, ਤੂੰ ਮੇਰੇ ਸਵਾਲਾਂ ਦਾ ਠੀਕ ਠੀਕ ਉੱਤਰ ਦਿੱਤਾ ਹੈ। ਤੂੰ ਹੁਣ ਚੌਹਾਂ ਭਰਾਵਾਂ ਵਿੱਚੋਂ ਕੇਵਲ ਇੱਕ ਨੂੰ, ਜਿਹਨੂੰ ਤੂੰ ਚਾਹੇ, ਜਵਾ ਸਕਦਾ ਹੈ। ਯੁਧਿਸ਼ਟਰ ਨੇ ਇੱਕ ਪਲ ਸੋਚ ਕੇ ਕਿਹਾ, ਮੇਰੀ ਇੱਛਾ ਹੈ ਨਕੁਲ ਜੀ ਪਵੇ। ਆਵਾਜ਼ ਨੇ ਪੁੱਛਿਆ, ਤੂੰ ਨਕਲ ਦੀ ਥਾਂ ਮਹਾਬਲੀ ਯੋਧੇ ਭੀਮ ਜਾਂ ਅਰਜੁਨ ਦੀ ਮੰਗ ਕਿਉਂ ਨਹੀਂ ਕੀਤੀ, ਜਿਨ੍ਹਾਂ ਦੇ ਨਾਂ ਦੁਨੀਆ ਥਰ ਥਰ ਕੰਬਦੀ ਏ ਤੇ ਜਿਨ੍ਹਾਂ ਦੇ ਹੁੰਦਿਆਂ ਤੈਨੂੰ ਕਿਸੇ ਦਾ ਡਰ ਨਹੀਂ? ਯੁਧਿਸ਼ਟਰ ਨੇ ਕਿਹਾ, ਮਨੁੱਖ ਦਾ ਸਭ ਤੋਂ ਵੱਡਾ ਰੱਖਿਅਕ ਧਰਮ ਹੈ, ਅਰਜਨ ਜਾਂ ਭੀਮ ਨਹੀਂ। ਧਰਮ ਤੋਂ ਬਿਨਾਂ ਮਨੁੱਖ ਕੌਡੀ ਦਾ ਵੀ ਨਹੀਂ। ਕੁੰਤੀ ਤੇ ਮਾਦਰੀ ਮੇਰੀਆਂ ਦੋ ਮਾਵਾਂ ਨੇ। ਅਰਜਨ, ਭੀਮ ਤੇ ਮੈਂ ਕੁੰਤੀ ਦੀ ਕੁੱਖ ਵਿੱਚੋਂ ਹਾਂ, ਤੇ ਨਕੁਲ ਤੇ ਸਹਿਦੇਵ ਮਾਦਰੀ ਦੇ ਲੜਕੇ ਨੇ। ਮੈਂ ਕੁੰਤੀ ਦਾ ਇੱਕ ਲੜਕਾ ਜਿਉਂਦਾ ਹਾਂ। ਇਨਸਾਫ ਕਹਿੰਦਾ ਹੈ ਕਿ ਮਾਦਰੀ ਦਾ ਵੀ ਇੱਕ ਲੜਕਾ ਜਿਉਣਾ ਚਾਹੀਦਾ ਹੈ। ਇਹ ਸੁਣ ਕੇ ਆਵਾਜ਼ ਨੇ ਕਿਹਾ, ਮੈਂ ਧਰਮਰਾਜ ਹਾਂ। ਮੈਂ ਸੁਣਿਆ ਸੀ ਕਿ ਤੂੰ ਬੜਾ ਧਰਮੀ ਏ। ਮੈਂ ਤੇਰੀ ਪਰਖ ਕਰਨ ਲਈ ਇਹ ਸਾਰਾ ਕੌਤਕ ਰਚਿਆ ਸੀ। ਤੂੰ ਸੱਚਮੁੱਚ ਧਰਮਾਤਮਾ ਏ। ਤੇਰੀ ਸੱਚਾਈ ਤੇ ਖੁਸ਼ ਹੋ ਕੇ ਮੈਂ ਤੇਰੇ ਸਾਰੇ ਭਰਾ ਮੁੜ ਜਵਾ ਦਿੰਦਾ ਹਾਂ। ਇਹ ਕਹਿ ਕੇ ਧਰਮਰਾਜ ਉੱਥੋਂ ਅਲੋਪ ਹੋ ਗਿਆ। ਅੰਤ ਵਿੱਚ ਮੈਂ ਕਹਾਂਗੀ ਕਿ ਅਸੀਂ ਜੋ ਅੱਜ ਪੜ੍ਹਿਆ ਤੇ ਸੁਣਿਆ ਹੈ, ਉਸ 'ਤੇ ਵਿਚਾਰ ਕਰਕੇ ਤੇ ਅਮਲ ਕਰਕੇ ਅਸੀਂ ਵਧੀਆ ਤੇ ਸਫਲ ਜੀਵਨ ਜੀ ਸਕਦੇ ਹਾਂ। ਚੰਗੇ ਖਿਆਲ, ਚੰਗੀ ਸੋਚ ਨਾਲ ਅਸੀਂ ਹਰ ਮੁਸ਼ਕਲ ਨੂੰ ਹੱਲ ਕਰਨ ਵਿੱਚ ਕਾਮਯਾਬ ਹੁੰਦੇ ਹਾਂ। ਆਓ ਅਸੀਂ ਸਾਰੇ ਆਪਣੇ ਸਮੇਂ ਦੀ ਸਹੀ ਵਰਤੋਂ ਕਰੀਏ ਤੇ ਵਿਹਲੇ ਸਮੇਂ ਨੂੰ ਕੁਝ ਕਿਰਿਆਤਮਕ ਕੰਮਾਂ, ਵਧੀਆ ਬੋਲਣ, ਵਧੀਆ ਸਿੱਖਣ ਤੇ ਕੁਦਰਤ ਦੀਆਂ ਬੇਅੰਤ ਨਿਯਮਤਾਂ ਤੇ ਬਖਸ਼ਿਸ਼ਾਂ ਨੂੰ ਮਾਨੀਏ। ਜੀਵਨ ਨੂੰ ਸੁੰਦਰ ਤੇ ਉੱਚਾ ਬਣਾਉਣ ਵਾਲੀਆਂ ਆਦਤਾਂ ਨੂੰ ਅਪਣਾਈਏ। ਸ਼ੁਭ ਇਛਾਵਾਂ ਸਹਿਤ। ਧੰਨਵਾਦ। ਹਰਜੀਤ ਵਮਰਾ।